ਤੇ ਆਪਾਂ ਅੱਜ ਦੇ ਵਚਨ ਦੇ ਵਿੱਚ ਜਾਵਾਂਗੇ। ਤੇ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਅੱਜ ਦਾ ਦਿਨ ਹੈ ਉਹ ਦਿਨ ਬਹੁਤ ਵੱਡਾ ਹੈ ਕਿ ਅੱਜ ਦੇ ਦਿਨ ਜਿਹੜਾ ਸਾਡਾ ਪ੍ਰਭੂ ਯਿਸੂ ਮਸੀਹ ਸੀ ਉਹ ਜ਼ਿੰਦਾ ਉਠਾਇਆ ਗਿਆ ਸੀ। ਤੇ ਮੇਰਾ ਅੱਜ ਦਾ ਵਚਨ ਹੈ ਜਿਹੜਾ ਉਹ ਇਹ ਹੈ ਕਿ ਕੀ ਅਸੀਂ ਪਰਮੇਸ਼ਰ ਦੇ ਲਈ ਫਲ ਲੈ ਕੇ ਆ ਰਹੇ ਹਾਂ ਜਾਂ ਨਹੀਂ ਲੈ ਕੇ ਆ ਰਹੇ, ਕਿ ਅਸੀਂ ਪਰਮੇਸ਼ਰ ਦੇ ਲਈ ਫਲ ਲੈ ਕੇ ਆ ਰਹੇ ਹਾਂ ਜਾਂ ਨਹੀਂ ਲੈ ਕੇ ਆ ਰਹੇ। ਇਹ ਮੇਰਾ ਅੱਜ ਦਾ ਵਚਨ ਹੈ ਤੇ ਮੇਰਾ ਵਿਸ਼ਵਾਸ ਹੈ ਕਿ ਜੋ ਵੀ ਅੱਜ ਦਾ ਮੈਂ ਵਚਨ ਦੇਵਾਂ ਇਸ ਜਗ੍ਹਾ ਤੇ, ਮੇਰੀ ਖਾਸ ਇੱਕ ਛੋਟੀ ਜਿਹੀ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੀ ਬਾਈਬਲਸ ਨੂੰ ਚਾਹੇ ਓਪਨ ਨਾ ਵੀ ਕਰੋ ਬਟ ਵਚਨ ਨੂੰ ਲਿਖੋ ਤਾਂ ਕਿ ਡਿਸਟਰਬੈਂਸ ਨਾ ਪਤਾ ਕਰੋ, ਖਾਸ ਕਰਕੇ ਵਚਨ ਨੂੰ ਸੀਖ ਕਰੋ। ਓਕੇ, ਹਾਲੇਲੂਇਆ। ਸੋ ਆਪਾਂ ਵਚਨ ਦੇ ਵਿੱਚ ਜਾਵਾਂਗੇ। ਵਚਨ ਦੇ ਵਿੱਚ ਲਿਖਿਆ, ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਵਚਨ ਹੋਸ਼ਿਆ ਦੀ ਕਿਤਾਬ ਉਹਦੀ 10:1 ਦੇ ਵਿੱਚ ਜਾਵਾਂਗੇ। ਹੋਸ਼ਿਆ ਦੀ ਕਿਤਾਬ ਪੁਰਾਣੇ ਨੇਮ ਦੇ ਵਿੱਚ ਉਹਦਾ 10ਵਾਂ ਚੈਪਟਰ ਦੀ ਪਹਿਲੀ ਆਇਤ ਦੇ ਵਿੱਚ ਜਾਵਾਂਗੇ। ਉੱਥੇ ਲਿਖਿਆ ਕਿ ਇਜ਼ਰਾਈਲ ਹਰੀ ਭਰੀ ਬੇਲ ਹੈ ਜੋ ਫਲ ਦਿੰਦੀ ਹੈ, ਜਿੰਨਾ ਉਹਦਾ ਫਲ ਵਧਿਆ ਓਨੀ ਉਸਨੇ ਜਗਵੇਦੀਆਂ ਵਧਾਈਆਂ। ਜਿਵੇਂ ਉਹਦਾ ਦੇਸ਼ ਚੰਗਾ ਹੋਇਆ ਤਿਵੇਂ ਉਹਨਾਂ ਨੇ ਥੰਮ ਵੀ ਚੰਗੇ ਬਣਾਏ। ਹਾਲੇਲੂਇਆ। ਅੱਜ ਇਸ ਵਚਨ ਨੂੰ ਮੈਂ ਹਾਊਸ ਆਫ ਗਲੋਰੀ ਦੇ ਉੱਤੇ ਲੈਣਾ, ਉਸ ਇਜ਼ਰਾਈਲ ਨੂੰ ਮੈਂ ਹਾਊਸ ਆਫ ਗਲੋਰੀ ਦੇ ਉੱਤੇ ਲੈਣਾ ਕਿ ਇਹ ਹਾਊਸ ਆਫ ਗਲੋਰੀ ਹੈ, ਇੱਕ ਫਲ ਹੈ ਪਰਮੇਸ਼ਰ ਦਾ ਕਿ ਅਸੀਂ ਇਸ ਜਗ੍ਹਾ ਤੇ ਆਏ ਹਾਂ। ਹਾਲੇਲੂਇਆ, ਹਾਲੇਲੂਇਆ। ਤੇ ਅਸੀਂ ਸਾਰੇ ਪਰਮੇਸ਼ਰ ਦੇ ਵਿੱਚ ਵਰਤ ਰਹੇ ਹਾਂ। ਤੇ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਇਜ਼ਰਾਈਲ ਹਰੀ ਭਰੀ ਬੇਲ ਹੈ ਤੇ ਜੋ ਫਲ ਦਿੰਦੀ ਹੈ, ਜਿੰਨਾ ਉਹਦਾ ਫਲ ਵਧਿਆ, ਕਿ ਜਿੰਨਾ ਉਹਦਾ ਫਲ ਵਧਿਆ ਓਨੀਆਂ ਹੀ ਉਹਨਾਂ ਨੇ ਜਗਵੇਦੀਆਂ ਬਣਾਈਆਂ। ਅੱਜ ਹਾਊਸ ਆਫ ਗਲੋਰੀ ਹੈ, ਜਿਸ ਦਿਨ ਇਹ ਓਪਨ ਹੋਈ ਸੀ ਇੱਕ ਛੋਟੇ ਹਾਲ ਦੇ ਵਿੱਚ ਸੀ, ਪਰ ਅੱਜ ਅਸੀਂ ਸਾਰੇ ਉਹਦੇ ਫਲਾਂ ਜਿਹੜੇ ਸੀ, ਉਹਦੀਆਂ ਦੁਆਵਾਂ, ਉਹਦੀਆਂ ਪ੍ਰਾਰਥਨਾਵਾਂ ਦੇ ਵਚਨ ਨੂੰ ਪੜ੍ਹ ਕੇ ਆਪਣੀ ਆਤਮਿਕ ਤੌਰ ਨੂੰ ਇੰਨੇ ਕੁ ਫਲਦਾਰ ਬਣਾਇਆ ਕਿ ਅਸੀਂ ਸਾਰੇ ਇਸ ਜਗ੍ਹਾ ਤੇ ਆ ਸਕੇ। ਅਸੀਂ ਇਸ ਜਗ੍ਹਾ ਤੇ ਆ ਸਕੇ। ਤੇ ਅੱਜ ਹੁਣ ਸਾਡਾ ਮੇਨ ਕੰਮ ਕੀ ਹੈ? ਵਚਨ ਦੇ ਵਿੱਚ ਲਿਖਿਆ ਇਜ਼ਰਾਈਲ ਹਰੀ ਭਰੀ ਬੇਲ ਹੈ ਜੋ ਫਲ ਦਿੰਦੀ ਹੈ ਤੇ ਜਿੰਨਾ ਉਹਦਾ ਫਲ ਵਧਿਆ ਉਨੀ ਉਹਨਾਂ ਨੇ ਜਗਵੇਦੀਆਂ ਬਣਾਈਆਂ। ਹਾਲੇਲੂਇਆ। ਹੁਣ ਸਾਡਾ ਫਲ ਵਧਿਆ ਤਾਂ ਫਲ ਦਾ ਸਾਨੂੰ ਕੁਛ ਨਾ ਕੁਛ ਕਰਨਾ ਪਊਗਾ। ਕੀ ਦਿਖਾਉਣਾ ਪਊਗਾ? ਕਿ ਜਿਵੇਂ ਸਾਨੂੰ ਪਤਾ ਹੈ ਕਿ ਹਾਊਸ ਆਫ ਗਲੋਰੀ ਦਾ ਜਿਹੜਾ ਫਲ ਹੈ ਉਹਦੀ ਜਗਵੇਦੀਆਂ ਬਣਾਉਣ ਦੀ ਜ਼ਰੂਰਤ ਹੈ। ਅੱਗੇ ਬਣਾਵਾਂਗੇ ਹੁਣ ਅਸੀਂ, ਇਹ ਸਾਡਾ ਕੰਮ ਹੈ। ਹੁਣ ਇਹ ਇਕੱਲੇ ਪਾਸਟਰ ਜੋਨੀ ਦਾ ਕੰਮ ਨਹੀਂ, ਜਾਂ ਇਕੱਲੇ ਲੀਡਰਸ਼ਿਪ ਟੀਮ ਦਾ ਕੰਮ ਨਹੀਂ, ਸਾਡੇ ਸਭਨਾਂ ਦਾ ਕੰਮ ਹੈ ਕਿ ਅਸੀਂ ਉਹ ਜਿਹੜਾ ਫਲ ਹੈ ਉਸ ਫਲਦਾਰ ਬੂਟੇ ਨੂੰ ਬਲਕਿ ਪੂਰੇ ਨਿਕੋਸ਼ੀਆ ਬਲਕਿ ਪੂਰੇ ਸਾਈਪਰਸ ਚ ਖਿਲਾਰੀਏ। ਜਿਵੇਂ ਕਿ ਇਸ ਸਮੇਂ ਪਾਲੀਮੈਂਕੋ ਅਥੀਨਾ ਦੇ ਵਿੱਚ ਨੇ, ਅਸੀਂ ਪੂਰੇ ਸਾਈਪਰਸ ਦੇ ਵਿੱਚ ਖਿਲਾਰੀਏ ਤਾਂ ਕਿ ਉਹਦੀ ਥਾਂ ਤੇ ਜਗਵੇਦੀ ਬਣਾਈਏ, ਉਹ ਹੋਰ ਫਲਦਾਰ ਹੋਵੇ, ਉਹ ਹੋਰ ਵਧੇ ਤੇ ਅਸੀਂ ਉਹਦੇ ਥੰਮਾਂ ਨੂੰ, ਉਹਦੀ ਜਿਹੜੀ ਚੀਜ਼ ਅਸੀਂ ਮਜ਼ਬੂਤ ਕਰ ਸਕੀਏ ਤਾਂ ਜੋ ਅਸੀਂ ਸਾਈਪਰਸ ਨੂੰ ਯਿਸੂ ਦੇ ਨਾਮ ਦੇ ਵਿੱਚ ਬਚਾ ਸਕੀਏ। ਹਾਲੇਲੂਇਆ। ਇਹ ਹਾਊਸ ਆਫ ਗਲੋਰੀ ਦਾ ਫਲ ਹੋਵੇ, ਇਹ ਯਿਸੂ ਦਾ ਫਲ ਹੋਵੇ ਕਿ ਅਸੀਂ ਉਹਦੀ ਕਿੰਗਡਮ ਦੇ ਲਈ, ਉਹਦੇ ਰਾਜ ਦੇ ਲਈ ਕੁਝ ਕੀਤਾ। ਇਹ ਸਾਡੇ ਤੇ ਨਿਰਭਰ ਹੈ ਕਿ ਅਸੀਂ ਉਸ ਚੀਜ਼ ਨੂੰ ਕਿਵੇਂ ਕਰ ਸਕਦੇ ਹਾਂ। ਹਾਲੇਲੂਇਆ। ਕਿਉਂਕਿ ਜਦੋਂ ਇਜ਼ਰਾਈਲ ਹਰੀ ਭਰੀ ਬੇਲ ਹੋਈ, ਉਹ ਫਲ ਦਿੰਦੇ ਨੇ, ਜਗਵੇਦੀਆਂ ਬਣਾਈਆਂ ਨੇ, ਤਾਂ ਅੱਜ ਸਾਨੂੰ ਵੀ ਜ਼ਰੂਰਤ ਹੈ ਕਿ ਜਿਹੜਾ ਅਸੀਂ ਬੂਟਾ ਲਾਇਆ ਉਹ ਬੂਟੇ ਦੀਆਂ ਟਾਹਣੀਆਂ ਨਿਕਲਣ, ਉਹ ਟਾਹਣੀਆਂ ਅਸੀਂ ਬਣਾਈਏ ਤੇ ਅਸੀਂ ਹੋਰ ਵੀ ਬੂਟੇ ਲਾ ਸਕੀਏ ਕਿ ਉਹਦੀਆਂ ਵੀ ਜਾ ਕੇ ਟਾਹਣੀਆਂ ਨਿਕਲਣ, ਕਿ ਹੋਰ ਉਹਨਾਂ ਦੀ, ਜਿਵੇਂ ਸਾਡੀ ਅਸੀਂ ਪਾਸਟਰ ਜੋਨੀ ਦੀ ਬਦੌਲਤ ਬਚ ਸਕੇ, ਸਾਡੀ ਬਦੌਲਤ ਹੋਰ ਬੜੇ ਭੈਣ ਭਰਾ ਬਚੇ ਤੇ ਇੱਕ ਦਿਨ ਤੁਸੀਂ ਵੀ ਆਪਣੇ ਆਪ ਨੂੰ ਬੂਟਾ ਉਹ ਫਲਦਾਰ ਬਣਾ ਸਕੋ ਕਿ ਤੁਹਾਡੀ ਵਜ੍ਹਾ ਤੇ ਕਰਕੇ ਵੀ ਕੋਈ ਬਚ ਸਕੇ। ਹਾਲੇਲੂਇਆ। ਉਹ ਫਲਦਾਰ, ਉਹ ਬੂਟਾ, ਉਹ ਫਲ ਸਿਰਫ ਤੇ ਸਿਰਫ ਮਸੀਹ ਯਿਸੂ ਦੇ ਸਕਦਾ ਹੈ। ਹਾਲੇਲੂਇਆ। ਜਦੋਂ ਅਸੀਂ ਉਹਤੇ ਇਮਾਨ ਲਿਆਉਂਦੇ ਹਾਂ, ਅਸੀਂ ਉਹਤੇ ਵਿਸ਼ਵਾਸ ਕਰਦੇ ਹਾਂ ਕਿ ਜਦੋਂ ਯਿਸੂ ਮੁਰਦਿਆਂ ਵਿੱਚੋਂ ਜ਼ਿੰਦਾ ਹੋਇਆ, ਉਹਨੇ ਆਪਣੇ ਵਾਅਦੇ ਨੂੰ ਸੱਚਾ ਕੀਤਾ ਜਿਹੜਾ ਉਹਨੇ ਆਪਣੇ ਚੇਲਿਆਂ ਨਾਲ ਤੇ ਆਪਣੇ ਲੋਕਾਂ ਨਾਲ ਕੀਤਾ ਸੀ ਕਿ ਮੈਂ ਮੁਰਦਿਆਂ ਵਿੱਚੋਂ ਤੀਜੇ ਦਿਨ ਜੀ ਉੱਠੂੰਗਾ। ਉਹ ਉੱਠਿਆ, ਉਹਦੇ ਵਾਅਦੇ ਸੱਚੇ ਨੇ। ਉਸੇ ਤਰ੍ਹਾਂ ਅੱਜ ਸਾਡੇ ਨਾਲ ਵੀ ਇੱਕ ਵਾਅਦਾ ਕਰ ਰਿਹਾ ਕਿ ਤੁਸੀਂ ਫਲਦਾਰ ਬਣੋ, ਫਲ ਲੈ ਕੇ ਆਓ ਉਹਦੇ ਕੰਮਾਂ ਦੇ ਲਈ। ਪਰ ਮੇਰਾ ਕੁਐਸਚਨ ਉਹੀ ਹੈ ਕਿ ਕੀ ਅਸੀਂ ਫਲ ਲੈ ਕੇ ਆ ਰਹੇ ਹਾਂ? ਕੀ ਅਸੀਂ ਫਲ ਲੈ ਕੇ ਆ ਰਹੇ ਹਾਂ? ਮੈਂ ਅੱਗੇ ਕੁਝ ਪੁਆਇੰਟ ਨੇ, ਮੈਂ 8-9 ਪੁਆਇੰਟਾਂ ਦੇ ਉੱਤੇ ਗੱਲਬਾਤ ਕਰਾਂਗਾ ਜੀ ਤੁਹਾਡੇ ਨਾਲ, ਤਾਂ ਕਿ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਮੈਂ ਦੱਸ ਸਕਾਂ। ਤੇ ਮੈਂ ਅਗਲੇ ਵਚਨ ਦੇ ਵਿੱਚ ਜਾਵਾਂਗਾ, ਹਿਜ਼ਕੀਏਲ ਦੀ ਕਿਤਾਬ ਉਹਦਾ 17ਵਾਂ ਚੈਪਟਰ ਦੀ 8ਵੀਂ ਆਇਤ ਦੇ ਵਿੱਚ ਜਾਵਾਂਗਾ। ਉਹਦੇ ਵਿੱਚ ਲਿਖਿਆ ਕਿ ਇਹ ਚੰਗੇ ਖੇਤ ਵਿੱਚ ਬਹੁਤ ਪਾਣੀਆਂ ਦੇ ਕੋਲ ਲਾਇਆ ਗਿਆ ਸੀ ਤਾਂ ਜੋ ਉਸ ਦੀਆਂ ਟਹਿਣੀਆਂ ਨਿਕਲਣ ਅਤੇ ਉਹਦੇ ਵਿੱਚ ਫਲ ਲੱਗਣ ਅਤੇ ਇਹ ਵਧੀਆ ਅੰਗੂਰ ਹੋਵੇ। ਹਾਲੇਲੂਇਆ। ਹਿਜ਼ਕੀਏਲ ਦੀ ਕਿਤਾਬ 17 ਦੀ 8 ਆਇਤ ਦੇ ਵਿੱਚ ਕੀ ਲਿਖਿਆ ਕਿ ਇਹ ਚੰਗੇ ਖੇਤ ਵਿੱਚ ਬਹੁਤ ਪਾਣੀਆਂ ਦੇ ਕੋਲੇ ਲਾਇਆ ਗਿਆ। ਜਦੋਂ ਅਸੀਂ ਕਿਸੇ ਬੂਟੇ ਨੂੰ ਬਿਲਕੁਲ ਪਾਣੀ ਦੇ ਕੋਲ ਲਾਉਣੇ ਆ, ਠੀਕ ਹੈ, ਕਿ ਉਹਨੂੰ ਪਾਣੀ ਸਮੇਂ ਸਿਰ ਮਿਲਦਾ ਰਹੇ ਤਾਂ ਬੂਟਾ ਜਿਹੜਾ ਫਲਦਾਰ ਬਣਦਾ, ਫਲ ਬਣ ਕੇ ਫਿਰ ਜਿਹੜਾ ਵੀ ਜਿਸ ਵੀ ਚੀਜ਼ ਦਾ ਬੂਟਾ ਲਾਉਣੇ ਆ ਤਾਂ ਸਾਨੂੰ ਫਲ ਮਿਲਦਾ। ਜਿਵੇਂ ਇੱਥੇ ਅੰਗੂਰ ਦੀ ਗੱਲ ਕੀਤੀ ਗਈ। ਹਾਲੇਲੂਇਆ। ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਉਹ ਪਾਣੀ ਜਿਹੜੇ ਬੂਟੇ ਨੂੰ ਜਿਸ ਪਾਣੀ ਦੀ ਜ਼ਰੂਰਤ ਹੈ ਫਲਦਾਰ ਬਣਾਉਣ ਦੇ ਲਈ, ਉਹ ਫਲਦਾਰ ਬਣਾਉਣ ਦੇ ਲਈ ਤੁਹਾਨੂੰ ਪਾਣੀ ਦਿੱਤਾ ਜਾਂਦਾ ਉਸ ਗਲੋਰੀ ਦੇ ਵਿੱਚ।
हर एक टीचिंग दी जाती है कि असीं मसीह जिंदगी नूं किस तरह रखना है, किस तरह असीं अपनी बचपने की जिहड़ी जिंदगी जिवें बच्चे नूं असीं सिखाउने आ कि किस तरह उन्हें अगे वध के की करना है। उस तरह हाउस ऑफ ग्लोरी दे विच भी तुहानूं दस्सिया जाता है, चर्च दे विच उस फलदार बूटे नूं तैयार किया जाता है कि स्टेज 1 दे विच आओ, अल्फा करो, परमेश्वर नूं जाणो, उहदी आत्मा नूं जाणो, उहदी रूह दे कंमां नूं देखो, चर्च बारे सीखो, सारी चीज़ां नूं देखो। उस तरह स्टेज 2 स्टेज 3 स्टेज 4 दे विच असीं जाने देखदे हां हर एक चीज़ नूं, जो लोड़ीदा पानी है सानूं समय तो समय सिर मिलदा रहिंदा है। जे वो ज़्यादा भी मिल जाए तां भी बूटा खराब हो जाता है। कई भैन भरा कह दिंदे आ कि असीं आह चीज़ कर लिया, सानूं आह चीज़ नहीं करा रहे, आह चीज़ कर लिया नहीं। हर एक चीज़ का समय है, जो लोड़ तो ज़्यादा देवांगे तो बूटा मच भी सकता है। तो जरूरत है समय सिर थोड़ा थोड़ा पानी उन्होंने देण दी कि वो फलदार बन सके। हालेलुया, वो फलदार बन सके, ना कि ਉਹਦੇ ਉੱਤੇ ਜ਼ਿਆਦਾ ਹੀ ਬੋਝ ਪਾ ਦਈਏ कि वो बेचारा उठण तो पहले ही ਉੱਥੇ ਹੀ दब ਜਾਵੇ। हालेलुया, ये परमेश्वर का धन्यवाद है कि ਅਸੀਂ सानू खुदा दी रूह गाइड कर रही है। ਅਸੀਂ सारे उस चीज़ ਦੇ ਵਿੱਚ ਤਿਆਰ हो रहे हैं, सारे भैन भरा, इकल्ला मैं नहीं, ਅਸੀਂ सारे, मैं सब की गल कर रहा कि मैं अपनी गल नहीं कर रहा, ਅਸੀਂ सारे तैयार हो रहे हैं। तो सिर्फ ਤੇ सिर्फ सानू जानने की जरूरत है कि ਅਸੀਂ वो पानी भी लै रहे हैं, जिहड़ा पानी की गल की गई है कि सानू पानी भी मिल रहा है। अगर मिल रहा है कि ਅਸੀਂ ਉਹਨੂੰ सही तरीके लै रहे हैं, अगर सही तरीके लै रहे हैं जो फिर भी फलदार नहीं हो रहा तो कमी किहदे विच है? वो पानी दे विच है, जो बूटे लाउण वाली मिट्टी दे विच है, ਜਾਂ ਸਾਡੇ ਵਿੱਚ ਹੈ, ਜਾਂ ਫਿਰ ਪਰਮੇਸ਼ਰ ਦੇ ਵਿੱਚ ਅਸੀਂ ਦੋਸ਼ ਕੱਢੀਏ ਕਿ ਮਿੱਟੀ ਵੀ ਸਹੀ ਸੀ, ਪਾਣੀ ਵੀ ਸਹੀ ਸੀ, ਐਵੇਂ ਮਚਾਤਾ। ਹਾਲੇਲੂਇਆ। ਤੇ ਸਾਨੂੰ ਜ਼ਰੂਰਤ ਕੀ ਹੈ ਇੱਥੇ? ਜਦੋਂ ਅਸੀਂ ਬੂਟਾ ਲਾਉਣੇ ਆ, ਅਸੀਂ ਹਰ ਇੱਕ ਚੀਜ਼ ਦੀ ਦੇਖ ਰੇਖ ਵੀ ਕਰਦੇ ਕਿ ਉਹਨੂੰ ਹਰ ਇੱਕ ਚੀਜ਼ ਮਿਲੇ। ਉਸੇ ਤਰ੍ਹਾਂ ਅਸੀਂ ਵੀ ਦੇਖ ਰੇਖ ਕਰਦੇ ਹਾਂ, ਸਾਡੀ ਦੇਖਭਾਲ ਟੀਮ ਸਭ ਨੂੰ ਪੁੱਛਦੀ ਹੈ, ਹਰ ਇੱਕ ਚੀਜ਼ ਦੀ ਗੱਲਬਾਤ ਕਰਦੀ ਹੈ ਕਿ ਤੁਹਾਡੀ ਲਾਈਫ 'ਚ ਸਭ ਕੁਝ ਚੰਗਾ ਹੈ। ਜੇ ਤੁਸੀਂ ਹੀ ਕੁਝ ਨਹੀਂ ਦੱਸੋਗੇ ਤੇ ਅਸੀਂ ਵੀ ਕੀ ਕਰ ਸਕਦੇ? ਜਾਂ ਪਰਮੇਸ਼ਰ ਕੀ ਕਰ ਸਕਦਾ? ਜੇ ਤੁਹਾਡੀ ਲਾਈਫ ਹੀ ਸਹੀ ਨਹੀਂ ਹੈਗੀ, ਤੁਹਾਡੇ ਕੰਮ ਹੀ ਉਦਾਂ ਦੇ ਨੇ ਕਿ ਬੂਟਾ ਮਚਾਉਣਾ ਹੀ ਮਚਾਉਣਾ ਹੈ, ਤਾਂ ਫਿਰ ਪ੍ਰਭੂ ਯਿਸੂ ਮਸੀਹ ਵੀ ਨਹੀਂ ਬਚਾ ਸਕਦਾ। ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਮੈਂ ਦਰਵਾਜ਼ੇ ਤੇ ਖੜਿਆ ਖਟਖਟਾ ਰਿਹਾ, ਜੋ ਵੀ ਦਰਵਾਜ਼ਾ ਖੋਲੂ ਮੈਂ ਅੰਦਰ ਆ ਜਾਵਾਂ। ਆਓ ਤਦੇ ਜੇ ਅਸੀਂ ਦਰਵਾਜ਼ਾ ਖੋਲਾਂਗੇ। ਇਸ ਤਰ੍ਹਾਂ ਨਹੀਂ ਹੁੰਦਾ ਕਿ ਹਾਂਜੀ ਅਸੀਂ ਉਹਨੇ ਖੜਕਾਣਾ ਵੀ ਨਹੀਂ ਤੇ ਅਸੀਂ ਕਹਿ ਦਈਏ ਵੀ ਧੱਕੇ ਨਾਲ ਆ ਜਾਊਗਾ। ਨਹੀਂ, ਧੱਕੇ ਨਾਲ ਨਹੀਂ ਹੁੰਦਾ, ਉਹ ਅਣਖੀ ਖੁਦਾ ਹੈ। अगर ਅਸੀਂ ਪੁਕਾਰਾਂਗੇ ਤੇ ਜ਼ਰੂਰ ਆਊਗਾ, ਅਗਰ ਅਸੀਂ ਨਹੀਂ ਪੁਕਾਰਾਂਗੇ ਤੇ ਨਹੀਂ ਆਊਗਾ। ਹਾਲੇਲੂਇਆ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਅੱਜ ਆਪਾਂ 9 ਫਲਾਂ ਦਾ 9 ਚੀਜ਼ਾਂ ਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲੀ ਚੀਜ਼ ਹੈ ਉਹਦੇ ਵਿੱਚ ਜੋ ਅਸੀਂ ਮੇਨ ਵਚਨ ਦੇ ਵਿੱਚ ਜਾਂਦੇ ਹਾਂ ਕਿ ਕੌਣ ਫਲ ਦੇਵੇਗਾ, ਫਲ ਦੇਊਗਾ ਕੌਣ? ਇਹ ਸਭ ਤੋਂ ਅਹਿਮ ਚੀਜ਼ ਹੈ ਕਿ ਫਲ ਕੌਣ ਦੇ ਰਿਹਾ ਜਾਂ ਦੇਊਗਾ ਕੌਣ। ਸਹੀ ਗੱਲ ਹੈ। ਉਹਦੀ ਪਹਿਲੀ ਚੀਜ਼ હતી ਗਲਾਤੀਆਂ ਦੀ 6 ਦੀ 9 ਆਇਤ ਦੇ ਵਿੱਚ ਦੇਖਾਂਗੇ, ਨਿਊ ਟੈਸਟਾਮੈਂਟ ਦੇ ਵਿੱਚ 6 ਦੀ 9 ਦੇ ਵਿੱਚ ਇਹ ਵਚਨ ਹੈ ਜਿਹੜਾ ਬੜਾ ਸੀਰੀਅਸ ਹੈ। ਜਾਣਨਾ, ਦੇਖੋ, ਸਿੱਖੋ ਇਸ ਵਚਨ ਨੂੰ ਕੀ ਲਿਖਿਆ ਗਿਆ। ਕਈ ਵਾਰ ਅਸੀਂ ਇਸ ਚੀਜ਼ ਨੂੰ ਨਹੀਂ ਕਰ ਪਾਉਂਦੇ ਅਤੇ ਭਲਾਈ ਕਰਦੇ ਅਸੀਂ ਅੱਕ ਨਾ ਜਾਈਏ, ਕਿਉਂ ਜੋ ਇਹ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ। ਹਾਲੇਲੂਇਆ। ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ। ਜਦੋਂ ਅਸੀਂ ਕਣਕ ਨੂੰ ਬੀਜਦੇ ਹਾਂ, ਅਸੀਂ ਕਣਕ ਨੂੰ ਬੀਜਦੇ ਹਾਂ ਕਿ ਕਣਕ ਦਾ ਬੀਜ ਬੀਜਤਾ ਤੇ ਉਦੋਂ ਬਾਅਦ ਅਪ੍ਰੈਲ ਦੇ ਵਿੱਚ ਅਸੀਂ ਵੱਢ ਲਵਾਂਗੇ? ਨਹੀਂ ਵੱਢ ਸਕਦੇ। ਬੜਾ ਕੁਝ ਹੁੰਦਾ ਉਹਦੇ ਵਿੱਚ। ਕਈ ਵਾਰ ਘਾਹ ਉੱਗ ਰਿਹਾ ਜਾਂ ਕੁਝ ਹੋਰ ਆ ਗਈ, ਕੋਈ ਬਿਮਾਰੀ ਪੈ ਗਈ, ਰੇਹਾਂ ਸਪਰੇਹਾਂ ਕਰੋ ਜੀ, ਆਹ ਕਰੋ, ਫਿਰ ਜਾ ਕੇ ਕਿਤੇ ਉਹ 5 ਮਹੀਨਿਆਂ ਦੀ ਮਿਹਨਤ, 6 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਕਿਤੇ ਜਾ ਕੇ ਅਪ੍ਰੈਲ ਦੇ ਵਿੱਚ ਅਸੀਂ ਵਾਢੀ ਦੇ ਕੋਲੇ ਹੁੰਦੇ ਹਾਂ ਕਿ ਹਾਂ ਹੁਣ ਅਸੀਂ ਵੱਢ ਸਕੀਏ। ਉਸੇ ਤਰ੍ਹਾਂ ਵਚਨ 'ਚ ਲਿਖਿਆ ਹੈ ਕਿ ਭਲਾਈਆਂ ਕਰਦੇ ਅਸੀਂ ਅੱਕ ਨਾ ਜਾਈਏ, ਕਿ ਜਦੋਂ ਕਣਕ ਬੀਜਦੇ ਅਸੀਂ ਅੱਕਦੇ ਹਾਂ ਕਿਉਂਕਿ ਉਹ ਸਾਨੂੰ ਪਤਾ ਹੈ ਕਿ ਸਾਨੂੰ ਕੁਝ ਦੇਊਗੀ। ਉਸੇ ਤਰ੍ਹਾਂ ਯਿਸੂ ਦਾ ਈਮਾਨ ਰੱਖੋ ਕਿ ਅਸੀਂ ਭਲਾਈ ਕਰੀਏ। ਅਗਲਾ ਸਾਹਮਣੇ ਵਾਲਾ ਤੁਹਾਨੂੰ ਕੀ ਕਹਿ ਰਿਹਾ ਉਹ ਮੈਟਰ ਨਹੀਂ ਕਰਦਾ, ਕਿਉਂਕਿ ਯਿਸੂ ਤੁਹਾਨੂੰ ਕੀ ਕਹਿ ਰਿਹਾ ਮੈਟਰ ਉਹ ਕਰਦਾ। ਹਾਲੇਲੂਇਆ। ਅਸੀਂ ਭਲਾਈਆਂ ਕਰਦੇ ਜਦੋਂ ਨਹੀਂ ਅੱਕਦੇ ਤੇ ਹਾਰ ਨਹੀਂ ਮੰਨਦੇ ਤੇ ਫਿਰ ਉਹ ਫਲ ਨੂੰ ਵੜਦੇ ਅਸੀਂ ਜਿਸ ਨੂੰ ਅਸੀਂ ਖੁਦ ਬੀਜਿਆ ਵੀ ਨਹੀਂ ਹੁੰਦਾ। ਹਾਲੇਲੂਇਆ। ਵਚਨ ਤਾਂ ਕਹਿੰਦਾ ਨਾ ਕਿ ਸਵੇਰੇ ਸਿਰ ਵੱਢੋਗੇ, ਪਰ ਮੈਂ ਯਿਸੂ ਦੀ ਈਮਾਨ ਰੱਖਿਆ। ਵਚਨ ਕਹਿੰਦਾ ਕਿ ਜੋ ਤੁਸੀਂ ਨਹੀਂ ਵੀ ਬੀਜਿਆ ਮੈਂ ਉਹ ਵੀ ਤੁਹਾਨੂੰ ਦੂੰਗਾ। ਹਾਲੇਲੂਇਆ। ਹਾਲੇਲੂਇਆ। ਪਰ ਜ਼ਰੂਰਤ ਹੈ ਸਾਨੂੰ ਹੌਸਲਾ ਰੱਖਣ ਦੀ, ਨਾ ਹਾਰਨ ਦੀ ਤੇ ਸਮੇਂ ਸਿਰ ਵੱਢਣ ਦੀ। ਸਮਾਂ ਜ਼ਰੂਰੀ ਹੈ ਕਿ ਅਸੀਂ ਸਮੇਂ ਸਿਰ ਵੱਢ ਸਕੀਏ। ਜਿਵੇਂ ਕਹਾਵਤਾਂ ਉਹਦੀ 12 ਦੀ 12 ਦੇ ਵਿੱਚ ਲਿਖਿਆ ਹੈ ਕਿ ਦੁਸ਼ਟ ਬੁਰਿਆਰਿਆਂ ਦੇ ਜਾਲ ਲਈ ਲੋਚਦਾ ਹੈ, ਪਰ ਧਰਮੀਆਂ ਦੀ ਜੜ ਜਿਹੜੀ ਕੀ ਹੈ ਫਲਦੀ ਜਾਂਦੀ ਹੈ। ਜਿਹੜੇ ਬੁਰਾਈ ਕਰਦੇ ਨੇ, ਬੁਰਾ ਬੋਲਦੇ ਨੇ ਲੋਕ, ਉਹਨਾਂ ਦੇ ਕੋਲੇ ਹਰ ਸਮੇਂ ਬੁਰੀ ਚੀਜ਼ ਹੀ ਹੋਊਗੀ, ਨੈਗੇਟਿਵ ਹੋਊਗਾ। ਕੁਛ ਵੀ ਗੱਲਬਾਤ ਹੈ ਉਹ ਉਹਨਾਂ ਦੀ ਹੀ ਹੋਵੇਗੀ ਕਿ ਹਾਂਜੀ ਨਹੀਂ ਇਹ ਚੀਜ਼ ਹੋ ਹੀ ਨਹੀਂ ਸਕਦੀ, ਆਹ ਚੀਜ਼ ਹੋ ਨਹੀਂ ਸਕਦੀ। 2 ਮਿੰਟ ਪਹਿਲਾਂ ਦੀ ਐਗਜ਼ਾਮਪਲ ਲੈਂਦੇ ਹਾਂ। ਬਾਹਰ ਪੁਲਿਸ ਆਈ ਹੈ, ਸਾਰੇ ਘਬਰਾ ਗਏ, ਮੈਨੂੰ ਸੱਦਿਆ, ਮੈਂ ਗਿਆ
ਕੀ ਕਰ ਲੈਣਗੇ? ਕੁਝ ਨਹੀਂ ਕਰ ਸਕਦੇ। ਵੱਧ ਤੋਂ ਵੱਧ ਫਾਈਨ ਪਾ ਦੇਣਗੇ, ਪਾ ਦੇਣ, ਕੁਝ ਨਹੀਂ ਕਰ ਸਕਦੇ ਸਾਡਾ। ਪਰ ਜੇ ਉਸ ਸਮੇਂ ਮੈਂ ਨੈਗੇਟਿਵ ਸੋਚ ਕੇ ਇੱਥੋਂ ਜਾਂਦਾ, ਹਾਂ ਯਾਰ ਹੋ ਸਕਦਾ ਫਾਈਨ ਨਾ ਪਾ ਦੇਣ, ਹਾਏ ਮੈਨੂੰ ਐਂ ਨਾ ਚੱਕ ਲੈਣ, ਹੋ ਆਣਾ ਕਰ ਲੈਣ, ਮੈਂ ਬਾਹਰ ਹੀ ਨਾ ਜਾਂਦਾ ਡਰਦਾ, ਨਹੀਂ, ਕੁਝ ਨਹੀਂ ਕਰ ਸਕਦੇ। ਹਾਲੇਲੂਇਆ। ਕਿਉਂਕਿ ਸਾਡੇ ਪਿੱਛੇ ਜਿਹੜੀ ਤਾਕਤ ਹੈ, ਹਾਲੇਲੂਇਆ, ਹਾਲੇਲੂਇਆ, ਸਾਡੇ ਪਿੱਛੇ ਜਿਹੜੀ ਤਾਕਤ ਹੈ ਉਹ ਇਹਨਾਂ ਨਾਲੋਂ ਵੱਡੀ ਹੈ। ਤੇ ਜਿਹੜੀ ਧਰਮੀ ਦੀ ਜੜ ਹੈ, ਜਦੋਂ ਵਿਸ਼ਵਾਸ ਦੇ ਨਾਲ, ਈਮਾਨ ਦੇ ਨਾਲ ਧਰੀ ਜਾਂਦੀ ਹੈ ਨਾ, ਉਹ ਫਲਦੀ ਹੈ, ਉਹ ਟੁੱਟਦੀ ਨਹੀਂ, ਆਪਦੇ ਜੜ੍ਹਾਂ ਨਹੀਂ ਛੇਤੀ ਨਹੀਂ ਛੱਡਦੀ, ਚਾਹੇ ਤੂਫਾਨ ਚਾਹੇ ਆਂਦੀ, ਕੁਛ ਵੀ ਹੋਏਗਾ। ਹਾਲੇਲੂਇਆ। ਤਾਂ ਸਾਨੂੰ ਜ਼ਰੂਰਤ ਹੈ ਕਿ ਫਲ ਅਸੀਂ ਕਿੱਦਾਂ ਲਿਆ ਸਕਦੇ ਹਾਂ? ਕਿ ਭਜਾਈ ਕਰਕੇ ਹੌਸਲਾ ਰੱਖੀਏ, ਹਾਰ ਨਾ ਮੰਨੀਏ ਤੇ ਵਧੀ ਜਾਈਏ। ਖਾਸ ਕਰ ਧਰਮੀਆਂ ਦੀ ਮੰਡਲੀ 'ਚ ਬੈਠੀਏ, ਨਾ ਕਿ ਦੁਸ਼ਟਾਂ ਦੀ 'ਚ, ਜਿਹੜੇ ਇੱਕ ਦੂਜੇ ਨੂੰ ਲੋਚਦੇ ਰਹਿੰਦੇ ਨੇ, ਜਿਹੜੇ ਇੱਕ ਦੂਜੇ ਦੀਆਂ ਕਮੀਆਂ ਕੱਢਦੇ ਰਹਿੰਦੇ ਨੇ। ਹਾਲੇਲੂਇਆ। ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਕਈ ਵਾਰ ਰੈਸਟੋਰੈਂਟ, ਹੋਟਲਾਂ ਦੇ ਵਿੱਚ ਨਾ ਕਈ ਭੈਣ ਭਰਾ, ਕਈ ਲੋਕ ਇੱਦਾਂ ਦੇ ਆਉਂਦੇ ਨੇ, ਉਹ ਸਿਰਫ ਉਹਦੇ ਖਾਣ ਨਹੀਂ ਆਉਂਦੇ, ਉਹ ਸਿਰਫ ਦੇਖਣ ਆਉਂਦੇ ਨੇ ਕਿ ਕਮੀ ਕਿੱਥੇ ਹੈ, ਕਮੀ ਕਿੱਥੇ ਹੈ। ਹਾਂ, ਆਹ ਫੂਡ ਦੇ ਵਿੱਚ ਇੱਥੇ ਆ, ਨਹੀਂ ਆਹ ਨਹੀਂ, ਏਦਾਂ। ਉਹ ਹਰ ਇੱਕ ਚੀਜ਼ ਨੂੰ ਕੀ ਆਉਂਦੇ, ਸਿਰਫ ਤੇ ਸਿਰਫ ਕਮੀ ਲੱਭਣ ਜਾਂਦੇ ਆ। ਨਹੀਂ, ਜਦੋਂ ਅਸੀਂ ਆਪਣੀ ਸੋਚ ਨੂੰ ਬਦਲ ਕੇ ਯਿਸੂ ਦੇ ਘਰ ਦੇ ਵਿੱਚ ਆਏ ਹਾਂ, ਤਾਂ ਅਸੀਂ ਉਹ ਸੋਚਣਾ ਨਹੀਂ ਆਉਣੀ ਜਿਹੜੀ ਉਹ ਲੋਕ ਰੱਖਦੇ ਆ। ਅਸੀਂ ਇਹ ਸੋਚਣਾ ਲਾਉਣਾ ਕਿ ਅੱਜ ਅਸੀਂ ਇੱਥੇ ਕੁਝ ਸਿੱਖਣ ਜਾ ਰਹੇ ਹਾਂ। ਯਿਸੂ ਦੀ ਆਤਮਾ ਸਾਨੂੰ ਛੂਹੂਗੀ, ਜਿਹਨੇ ਵਾਅਦਾ ਕੀਤਾ ਸਾਨੂੰ ਹੋਵੇਗਾ, ਕਰੇਗਾ। ਉਹ ਚੀਜ਼ ਜ਼ਰੂਰੀ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਅੱਜ ਇਹ ਵੀ ਹੈ ਸਾਨੂੰ, ਅਗਰ ਕਿਸੇ ਮੇਰੇ ਭੈਣ ਭਰਾ ਨੂੰ ਕਿਸੇ ਵੀ ਇਸ ਚੀਜ਼ ਦਾ ਕੋਈ ਗੁੱਸਾ ਲੱਗੇ ਤਾਂ ਮੇਰੇ ਕੋਲੋਂ ਪਹਿਲਾਂ ਮਾਫੀ ਹੈ, ਮੈਨੂੰ ਮਾਫੀ ਕਰਿਓ, ਦਿਓ, ਠੀਕ ਹੈ। ਸਮੇਂ ਦੀ ਜਿਹੜੀ ਜ਼ਰੂਰਤ ਹੈ ਨਾ, ਉਹ ਸਾਨੂੰ ਜ਼ਰੂਰੀ ਹੈ। ਅਸੀਂ ਕੱਲ ਨੂੰ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਕਿ ਸਾਨੂੰ ਆਹ ਚੀਜ਼ ਦੀ ਜ਼ਰੂਰਤ ਸੀਗੀ, ਜਾਂ ਸਾਨੂੰ ਮਤਲਬ ਇਹ ਬਰਕਤ ਨਹੀਂ ਮਿਲੀ। ਸ਼ਾਇਦ ਤੁਹਾਨੂੰ ਨਹੀਂ ਪਤਾ, ਜਦੋਂ ਇੱਥੇ ਵਰਸ਼ਿਪ ਚੱਲ ਰਹੀ ਹੈ, ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਯਿਸੂ ਦੇ ਆਤਮਾ, ਖੁਦਾ ਦਾ ਆਤਮਾ ਜਿਹੜਾ ਉਸ ਸਮੇਂ ਛੂਵੇ, ਉਸ ਸਮੇਂ ਕੰਮ ਕਰਨਾ ਹੋਵੇ, ਤੇ ਤੁਸੀਂ ਪ੍ਰੀਚਿੰਗ ਦੇ ਵੇਲੇ ਆ ਰਹੇ ਹੋ। ਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਉਸ ਬਰਕਤ ਤੋਂ ਵਾਂਝਾ ਰਹਿ ਗਿਆ? ਕਿਉਂਕਿ ਤੁਸੀਂ ਉਸ ਬਰਕਤ ਦੇ ਵਿੱਚ ਆਏ ਹੀ ਨਹੀਂ, ਉਹਦੇ ਸਾਂਝੀ ਨਹੀਂ ਬਣੇ, ਉਹਦੇ ਹਿੱਸਾ ਹੀ ਨਹੀਂ ਬਣੇ। ਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਨੂੰ ਉਹ ਚੀਜ਼ ਨਹੀਂ ਮਿਲੀ? ਕਿਉਂਕਿ ਤੁਸੀਂ ਉਸ ਦੇ ਲਾਇਕ ਨਹੀਂ ਸੀਗੇ, ਅਸੀਂ ਉਸ ਦੇ ਲਾਇਕ ਨਹੀਂ ਸੀਗੇ। ਹੁਣ ਜੇ ਮੈਂ ਇੱਥੇ ਸਿਰਫ ਪ੍ਰੀਚਿੰਗ ਕਰਨ ਆਵਾਂ, ਅੱਜ ਮੈਂ ਵਚਨ ਸ਼ੇਅਰ ਕਰਨਾ ਸੀ ਕਿ ਮੈਂ ਵਚਨ ਦੇ ਲਈ, ਵਚਨ ਦੇ ਟਾਈਮ ਤੇ, ਹਾਂਜੀ ਅੱਜ ਮੈਂ ਵਚਨ ਸ਼ੇਅਰ ਕਰਨਾ, ਬਹੁਤ ਬੋਝ ਹੈ, ਆਪਾਂ ਸਿਰਫ 12 ਵਜੇ ਜਾਵਾਂਗੇ ਜਿਹੜੇ ਵੇਲੇ ਮੈਂ ਵਚਨ ਸ਼ੇਅਰ ਕਰਨਾ, ਕਿ ਜੋ ਮੈਂ ਇੱਥੇ ਤੁਹਾਨੂੰ ਦੱਸਣਾ ਸੀ ਉਹ ਚੀਜ਼ ਮਿਲ ਪਾਉਂਦੀ? ਨਹੀਂ, ਕਦੇ ਵੀ ਨਹੀਂ ਸੀ। ਹਾਲੇਲੂਇਆ। ਸੋ ਆਪਾਂ ਇਸੇ ਤਰ੍ਹਾਂ ਦੂਸਰੇ ਪੁਆਇੰਟ ਤੇ ਜਾਵਾਂਗੇ। ਕੀ ਲਿਖਿਆ ਕਿ ਦੂਸਰਾ ਪੁਆਇੰਟ ਕੀ ਹੈ ਕਿ ਜਦੋਂ ਦ੍ਰਿੜਤਾ ਨਾਲ ਲਾਇਆ ਗਿਆ ਬੂਟਾ, ਦ੍ਰਿੜਤਾ ਸਮਝਦੇ ਹੋ, ਮਜ਼ਬੂਤੀ ਨਾਲ ਲਾਇਆ ਗਿਆ ਬੂਟਾ, ਉਹ ਕੀ ਕਰਦਾ? ਜ਼ਬੂਰ ਉਹਦੀ 1 ਦੀ, ਉਹ ਤੋਂ 1 ਤੇ 3 ਦੇ ਵਿੱਚ ਦੇਖਾਂਗੇ ਆਪਾਂ। ਜ਼ਬੂਰ 1 ਦੀ 3 ਦੇ ਵਿੱਚ ਦੇਖਾਂਗੇ ਆਪਾਂ ਕਿ ਕੀ ਲਿਖਿਆ ਵਚਨ ਦੇ ਵਿੱਚ। ਹਾਲੇਲੂਇਆ। ਉਹਦੇ ਵਿੱਚ ਲਿਖਿਆ ਕਿ ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੀ ਰਾਹ ਵਿੱਚ ਖੜਾ ਰਹਿੰਦਾ ਹੈ, ਅਤੇ ਨਾ ਮਖੌਲੀਆਂ ਦੀ ਝੁੰਡੀ ਵਿੱਚ ਬਹਿੰਦਾ ਹੈ, ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ, ਅਤੇ ਦਿਨ ਰਾਤ ਉਸ ਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਵਿਰਸ਼ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਸਿਰ ਆਪਣਾ ਫਲ ਦਿੰਦਾ ਹੈ, ਜਿਹਦੇ ਪੱਤੇ ਨਹੀਂ ਕਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫਲ ਹੁੰਦਾ। ਹਾਲੇਲੂਇਆ। ਜੋ ਦ੍ਰਿੜਤਾ ਨਾਲ ਲਾਇਆ ਗਿਆ ਬੂਟਾ ਹੈ, ਉਹ ਕਿਸ ਤਰ੍ਹਾਂ ਦਾ ਹੋਊਗਾ? ਉਹ ਨਾ ਤਾਂ ਦੁਸ਼ਟਾਂ ਦੀ ਮੰਡਲੀ 'ਚ ਬੈਠੂਗਾ, ਬਲਕਿ ਧਰਮੀਆਂ ਦੀ ਭਾਲ ਕਰੂਗਾ, ਤੇ ਜਿਵੇਂ ਵਚਨ ਕਹਿੰਦਾ ਹੈ ਕਿ ਨਾ ਮਖੌਲੀਆਂ ਦੇ ਕੰਮਾਂ ਦੇ ਵਿੱਚ ਪਊਗਾ, ਤੇ ਦਿਨ ਰਾਤ ਉਹਦੀ ਵਿਵਸਥਾ, ਜੋ ਪਰਮੇਸ਼ਰ ਦੇ ਕੰਮ ਨੇ, ਉਹਨਾਂ ਦੇ ਵਿੱਚ ਲੱਗਿਆ ਰਹੂਗਾ। ਤੇ ਉਹ ਫਿਰ ਕੀ ਆ? ਉਸ ਵਿਰਸ਼ ਵਰਗਾ ਜੋ ਪਾਣੀ ਨਦੀਆਂ ਦੇ ਉੱਤੇ ਲਾਇਆ ਗਿਆ ਤੇ ਸਮੇਂ ਸਿਰ ਆਪਣਾ ਫਲ ਦੇਊਗਾ। ਹਾਲੇਲੂਇਆ। ਉਹ ਸਮੇਂ ਸਿਰ ਫਲ ਦੇਊਗਾ, ਜਿਹੜਾ ਪੂਰੀ ਦ੍ਰਿੜਤਾ ਦੇ ਨਾਲ ਲਾਇਆ ਗਿਆ, ਪੂਰੀ ਮਜ਼ਬੂਤੀ ਨਾਲ ਲਾਇਆ ਗਿਆ, ਉਹ ਸਮੇਂ ਸਿਰ ਫਲ ਦੇਊਗਾ। ਅਗਰ ਉਹ ਬੂਟਾ ਅਸੀਂ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਦ੍ਰਿੜਤਾ ਦੇ ਨਾਲ ਲਾ ਪਾਏ, ਇਸ ਵਚਨ ਤੋਂ ਬਾਅਦ ਕੋਈ ਵੀ ਪਰਫੈਕਟ ਨਹੀਂ ਹੈਗਾ। ਜੇ ਮੈਂ ਕਹਾਂ ਇਸ ਜਗ੍ਹਾ ਤੇ ਖੜ ਕੇ ਕਿ ਮੈਂ ਪਰਫੈਕਟ ਹਾਂ, ਮੈਂ ਵੀ ਪਰਫੈਕਟ ਨਹੀਂ ਹੈਗਾ, ਪਰਫੈਕਟ ਕੋਈ ਵੀ ਨਹੀਂ ਹੈਗਾ। ਪਰ ਅਸੀਂ ਅੱਜ ਦੇਖ ਸਕਦੇ ਹਾਂ, ਜੋ ਵੀ ਪੁਆਇੰਟਾਂ ਦੇ ਉੱਤੇ ਗੱਲਬਾਤ ਹੋ ਰਹੀ ਹੈ, ਜਿਸ ਵੀ ਪੁਆਇੰਟ ਤੇ ਲੱਗ ਰਿਹਾ ਕਿ ਅੱਜ ਮੈਨੂੰ ਕਮੀ ਲੱਗ ਰਹੀ ਹੈ, ਉਸ ਚੀਜ਼ ਨੂੰ ਜਾਂਚੋ, ਦੇਖੋ। ਇਹ ਨਾ ਦੇਖੋ ਕਿ ਉਹ ਮੇਰੇ ਤੇ ਦੋਸ਼ ਲਾਇਆ ਜਾ ਰਿਹਾ ਤੇ ਮੇਰੇ ਤੇ ਗੱਲ ਕਹੀ ਜਾ ਰਹੀ ਹੈ, ਨਹੀਂ, ਬਲਕਿ ਇਹ ਦੇਖੋ ਕਿ ਇਸ ਦੀ ਕਮੀ ਹੈ, ਅਸੀਂ ਇਹਨੂੰ ਦੂਰ ਕਰੀਏ, ਤਾਂ ਜੋ ਅਸੀਂ ਸਮੇਂ ਸਿਰ ਜੋ ਪਰਮੇਸ਼ਰ ਦਾ ਫਲ ਨੂੰ ਲਈਏ ਵੀ ਤੇ ਲੋਕਾਂ ਨੂੰ ਵੀ ਦੇ ਸਕੀਏ, ਭੈਣਾਂ ਭਰਾਵਾਂ ਨੂੰ ਹੋਰ ਨੂੰ ਵੀ ਦੇ ਸਕੀਏ। ਹਾਲੇਲੂਇਆ। ਤੇ ਉਸੇ ਤਰ੍ਹਾਂ ਆਪਾਂ ਅੱਗੇ ਵਚਨ ਦੇ ਵਿੱਚ ਪੜਾਂਗੇ, ਜਿਵੇਂ ਲਿਖਾਂਗੇ ਤੀਸਰਾ ਵਚਨ, ਤੀਸਰੀ ਚੀਜ਼ ਦੇ ਵਿੱਚ ਦੇਖਾਂਗੇ ਕਿ ਜੋ ਤੁਸੀਂ ਬੀਜੋਗੇ ਉਹੀ ਵੱਢੋਗੇ। ਇਹ ਤਾਂ ਸਿੰਪਲ ਹੀ ਪੰਜਾਬ ਦੇ ਵਿੱਚ ਆਪਣੀ ਕਹਾਵਤ ਹੈ ਕਿ ਜਿਵੇਂ ਕਰੋਗੇ ਉਵੇਂ ਤੁਹਾਡੇ ਨਾਲ ਹੋਣਾ। ਹੁਣ ਜੇ ਪਰਮੇਸ਼ਰ ਦੇ ਨਾਲ ਸਹੀ ਰਹੋਗੇ ਤੇ ਸਹੀ ਹੋ ਜਾਊਗਾ, ਜੇ ਉਹਦੇ ਕੰਮਾਂ ਨੂੰ ਨਹੀਂ ਸਹੀ ਮੰਨੋਗੇ ਤੇ ਨਹੀਂ ਸਹੀ ਹੋਊਗਾ। ਇਹ ਤੁਹਾਡੇ ਤੇ ਨਿਰਭਰ ਹੈ ਕਿ ਤੁਸੀਂ ਉਸ ਚੀਜ਼ ਨੂੰ ਕਿਵੇਂ ਲੈ ਰਹੇ ਹੋ। ਸਹੀ ਗੱਲ ਹੈ। ਤਾਂ ਪਰ ਮੈਂ ਉਹਦੇ ਲਈ ਵੀ ਇੱਕ
ਤੁਹਾਡੇ ਸਾਹਮਣੇ ਆਇਤ ਰੱਖਾਂਗਾ ਗਲਾਤੀਆਂ, ਕਿਉਂਕਿ ਹਰ ਇੱਕ ਚੀਜ਼ ਦਾ ਇੱਕ ਸਬੂਤ ਹੋਣਾ ਜ਼ਰੂਰੀ ਹੈ। ਸਹੀ ਗੱਲ ਹੈ। ਜਿਵੇਂ ਤੇ ਲਿਖਿਆ ਕਿ ਜੋ ਤੁਸੀਂ ਵੱਢੋਗੇ ਬੀਜੋਗੇ ਉਹੀ ਵੱਢੋਗੇ, ਪਰ ਬੀਜੋਗੇ ਵੱਢੋਗੇ ਵਚਨ ਕੀ ਕਹਿੰਦਾ ਉਹਦੇ ਮੁਤਾਬਕ ਆਪਾਂ ਦੇਖਾਂਗੇ। ਗਲਾਤੀਆਂ ਉਹਦੀ 6 ਆਇਤ ਉਹਦਾ 7ਵਾਂ ਤੇ 8ਵਾਂ ਆਇਤ ਉਹਦੇ ਵਿੱਚ ਦੇਖਾਂਗੇ ਆਪਾਂ ਕਿ ਤੁਸੀਂ ਧੋਖਾ ਨਾ ਖਾਓ, ਪਰਮੇਸ਼ਰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂ ਮਨੁੱਖ ਜੋ ਕੁਝ ਬੀਜਦਾ ਹੈ ਸੋ ਹੀ ਵੱਢੇਗਾ ਵੀ। ਜਿਹੜੇ ਆਪਣੇ ਸਰੀਰ ਦੀ ਬੀਜਦਾ ਹੈ ਉਹ ਸਰੀਰ ਨੂੰ ਵਿਨਾਸ਼ ਨੂੰ ਵੱਢੇਗਾ, ਅਤੇ ਜਿਹੜਾ ਆਤਮਾ ਨੇ ਬੀਜਦਾ ਹੈ ਉਹ ਆਤਮਾ ਨੂੰ ਸਦੀਪਕ ਜੀਵਨ ਤੋਂ ਕੀ ਹੈ ਵੱਢੇਗਾ। ਹਾਲੇਲੂਇਆ। ਵਚਨ ਸਾਫ਼-ਸਾਫ਼ ਕੀ ਕਹਿ ਰਿਹਾ ਸਾਨੂੰ, ਕਦੇ ਵੀ ਠੱਠਿਆਂ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਨਹੀਂ ਉਡਾਈਦਾ। ਜੇ ਅਸੀਂ ਠੱਠਿਆਂ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਉਡਾ ਰਹੇ ਹਾਂ ਤੇ ਅਸੀਂ ਵੱਢਾਂਗੇ ਵੀ ਉਹੀ ਕੁਛ। ਅਗਰ ਅਸੀਂ ਆਪਣੇ ਸਰੀਰ ਨੂੰ ਪਿਆਰ ਕਰ ਰਹੇ ਹਾਂ ਤੇ ਅਸੀਂ ਵੱਢਾਂਗੇ ਵੀ ਉਹੀ ਕੁਛ, ਕਿਉਂਕਿ ਸਰੀਰ ਦਾ ਤਾਂ ਵਿਨਾਸ਼ ਹੋਣਾ ਪੱਕਾ ਹੈ, ਇੱਥੇ ਪੱਕਾ ਵਿਨਾਸ਼ ਹੋਣਾ ਅਗਰ ਅਸੀਂ ਸਰੀਰ ਦੇ ਲਈ ਕਰਾਂਗੇ। ਪਰ ਜੇ ਅਸੀਂ ਉਹਦੀ ਰੂਹ ਉਹਦੀ ਆਤਮਾ ਦੇ ਲਈ ਕੁਛ ਕਰਾਂਗੇ ਤੇ ਸਾਨੂੰ ਸਦੀਪਕ ਜੀਵਨ ਜਿਹੜਾ ਉਹਨੇ ਵਾਅਦਾ ਕੀਤਾ ਮਿਲੇਗਾ। ਹਾਲੇਲੂਇਆ। ਉਹ ਵਾਅਦਾ ਜੋ ਪਰਮੇਸ਼ਰ ਨੇ ਸਾਡੇ ਨਾਲ ਕੀਤਾ ਉਹ ਸਾਨੂੰ ਮਿਲੇਗਾ, ਉਹ ਅਸੀਂ ਵੱਢਾਂਗੇ। ਸੋ ਜੋ ਬੀਜਾਂਗੇ ਉਹੀ ਵੱਢਾਂਗੇ। ਤਾਂ ਸਾਨੂੰ ਜ਼ਰੂਰਤ ਹੈ ਅਸੀਂ ਕੀ ਬੀਜਣਾ ਤੇ ਕੀ ਵੱਢਣਾ। ਅਗਰ ਅਸੀਂ ਗਲਤ ਬੀਜਾਂਗੇ ਤੇ ਗਲਤ ਹੀ ਵੱਢਾਂਗੇ। ਅਗਰ ਅਸੀਂ ਸਰੀਰ ਬੀਜਾਂਗੇ ਆਪਣੇ ਸਰੀਰ ਦੇ ਲਈ ਕੰਮਾਂ ਦੇ ਲਈ ਆਪਣੀ ਉਹਨਾਂ ਕਾਮਨਾਵਾਂ ਦੇ ਵਿੱਚ ਰਵਾਂਗੇ ਤਾਂ ਅਸੀਂ ਉਹੀ ਵਿਨਾਸ਼ ਦੀਆਂ ਗੱਲਾਂ ਨਹੀਂ ਵੱਢਾਂਗੇ। ਇਹ ਨਹੀਂ ਕਹਿ ਸਕਦੇ ਕਿ ਮੈਂ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦਾ ਅਗਰ ਤੁਸੀਂ ਆਪ ਹੀ ਉਹਦੀ ਜ਼ਿੰਦਗੀ ਨੂੰ ਨਹੀਂ ਬਚਾ ਪਾਏ। ਆਪਣੀ ਜ਼ਿੰਦਗੀ ਨੂੰ ਅਗਰ ਅਸੀਂ ਨਹੀਂ ਬਚਾ ਪਾਏ ਅਸੀਂ ਨਹੀਂ ਬਚਾ ਸਕਦੇ ਕਿਸੇ ਦੀ ਜ਼ਿੰਦਗੀ ਨੂੰ। ਜੋ ਬੀਜਾਂਗੇ ਉਹੀ ਵੱਢਾਂਗੇ। ਸੋ ਇਸ ਗੱਲ ਨੂੰ ਆਪਣੇ ਮਾਈਂਡ ਆਪਣੇ ਜਹਿਨ ਦੇ ਵਿੱਚ ਰੱਖੋ ਕਿ ਜੋ ਅਸੀਂ ਬੀਜਾਂਗੇ ਉਹੀ ਵੱਢਾਂਗੇ, ਕਿਉਂਕਿ ਲਾਸਟ ਦੇ ਦਿਨਾਂ ਦੇ ਵਿੱਚ ਜਦੋਂ ਨਿਆਂ ਦਾ ਦਿਨ ਆਉਣਾ ਉੱਥੇ ਨਾ ਤਾਂ ਘਰ ਵਾਲੇ ਨੇ ਘਰ ਵਾਲੀ ਦਾ ਸਾਥ ਦੇਣਾ, ਨਾ ਘਰ ਵਾਲੀ ਨੇ ਘਰ ਵਾਲੇ ਦਾ ਦੇਣਾ। ਹਾਲੇਲੂਇਆ। ਉੱਥੇ ਕਿਸੇ ਨੇ ਇੱਕ ਦੂਜੇ ਦਾ ਸਾਥ ਨਹੀਂ ਦੇਣਾ। ਜੋ ਮੈਂ ਕੀਤਾ ਮੈਂ ਉਹੀ ਵੱਢਾਂਗਾ, ਜੋ ਰਮਨ ਨੇ ਬੀਜਿਆ ਰਮਨ ਵੱਢੂਗੀ। ਉਹ ਉਸ ਦੇ ਨਿਆਂ ਦੇ ਦੇਣਾ। ਮੈਂ ਉੱਥੇ ਜਾ ਕੇ ਗਵਾਹੀ ਨਹੀਂ ਕਰੂੰਗਾ ਕਿ ਹਾਂ ਮੈਂ ਉਹਦੀ ਜਗ੍ਹਾ ਤੇ ਮੈਂ ਪ੍ਰਾਰਥਨਾ ਕਰਤੀ ਸੀ। ਨਹੀਂ, ਅਗਰ ਮੈਂ ਚਰਚ ਨਹੀਂ ਆਇਆ ਤਾਂ ਉਹਦਾ ਫਰਜ਼ ਹੈ ਕਿ ਉਹ ਚਰਚ ਆਵੇ। ਮੈਨੂੰ ਕੋਈ ਕੰਮ ਹੈ, ਅਗਰ ਮੈਨੂੰ ਕੋਈ ਜ਼ਰੂਰਤ ਨਹੀਂ, ਮੈਨੂੰ ਕੁਛ ਕੰਮ ਦੇ ਵਿੱਚ ਮੈਂ ਫਸ ਗਿਆ ਕਿ ਮੇਰੀ ਮਜਬੂਰੀ ਹੈ ਮੈਂ ਨਹੀਂ ਆ ਪਾ ਰਿਹਾ, ਤਾਂ ਉਹਦੀ ਜ਼ਰੂਰਤ ਹੈ। ਉੱਥੇ ਉਹ ਨਹੀਂ ਕਹੂਗੀ ਕਿ ਹਾਂ ਮੇਰਾ ਘਰ ਵਾਲਾ ਅੱਜ ਬਿਜੀ ਸੀਗਾ ਇਸ ਕਰਕੇ ਮੈਂ ਨਹੀਂ ਆ ਪਾਈ, ਅਗਲੇ ਸੰਡੇ ਆਪਾਂ ਦੇਖ ਲਵਾਂਗੇ। ਜ਼ਰੂਰਤ ਹੈ ਇਹ ਸਿੱਖਣ ਦੀ ਜ਼ਰੂਰਤ ਹੈ। ਸਭ ਤੋਂ ਵੱਡੀ ਇੱਥੇ ਮੈਂ ਇੱਕ ਐਗਜ਼ਾਮਪਲ ਦੇਵਾਂਗਾ ਤੁਹਾਨੂੰ, ਸਭ ਤੋਂ ਵੱਡੀ ਐਗਜ਼ਾਮਪਲ ਰਮਨ ਸਿਸਟਰ ਦੀ। ਉਹ ਪ੍ਰੈਗਨੈਂਟ ਸੀਗੇ। ਜਿਸ ਸਮੇਂ ਉਹ ਪ੍ਰੈਗਨੈਂਟ ਸੀਗੇ ਉਹ ਨਹੀਂ ਸੀ ਚਰਚ ਆ ਪਾ ਰਹੇ, ਪਰ ਮੈਂ ਦੇਖਿਆ ਕਿ ਅਮਨ ਬ੍ਰਦਰ ਨੇ ਕਦੇ ਚਰਚ ਨਹੀਂ ਸੀ ਮਿਸ ਕੀਤੀ। ਉਸ ਕਦੇ ਨਹੀਂ ਸੀ ਮਿਸ ਕੀਤੀ। ਕਿਉਂ? ਕਿਉਂਕਿ ਉਹਨੂੰ ਪਤਾ ਸੀਗਾ ਕਿ ਉਹਦਾ ਫਲ ਅਗਰ ਉਹ ਘਰੇ ਬੈਠੀ, ਉਹ ਮਜਬੂਰੀ ਕਰਕੇ ਬੈਠੀ ਹੈ, ਉਹ ਆਪਣੇ ਆਪ ਤੋਂ ਨਹੀਂ ਬੈਠੀ। ਉਸੇ ਸਮੇਂ ਉਹੀ ਚੀਜ਼ ਮੈਂ ਦੇਖੀ ਜਦੋਂ ਉਹਨਾਂ ਦਾ ਬੱਚਾ ਜਨਮ ਹੋਇਆ, ਉਹ ਮਹੀਨਾ ਘਰੇ ਬੈਠੀ। ਉਸ ਤੋਂ ਬਾਅਦ ਨੈਕਸਟ ਸੰਡੇ ਅਮਨ ਨੂੰ ਕੰਮ ਸੀ, ਰਮਨ ਨੇ ਕਾਫੀ ਟਾਈਮ ਤੋਂ ਪਹਿਲੇ ਸੰਡੇ ਆਉਣਾ ਸੀ, ਉਹ ਘਰੇ ਨਹੀਂ ਬੈਠੀ, ਉਹ ਆਪ ਆਈ। ਹਾਲੇਲੂਇਆ। ਬੱਚੇ ਨੂੰ ਲੈ ਕੇ, ਸਿਰਫ 1 ਮਹੀਨੇ ਦੇ ਬੱਚੇ ਨੂੰ ਲੈ ਕੇ ਆਪ ਆਈ। ਉਸ ਸੈਕਰੀਫਾਈਸ ਨੂੰ ਯਿਸੂ ਨੇ ਦੇਖਿਆ। ਕਹਿੰਦਾ ਜੋ ਬੀਜੋਗੇ ਸੋਈ ਵੱਢੋਗੇ। ਸੋ ਉਸ ਸੈਕਰੀਫਾਈਸ ਨੂੰ ਯਿਸੂ ਨੇ ਦੇਖਿਆ, ਲੋਕਾਂ ਨੇ ਨਹੀਂ ਦੇਖਿਆ। ਜਾਂ ਅਸੀਂ ਨਹੀਂ ਸੀ ਕਹਿਣਾ ਕਿ ਹਾਂ ਚਲੋ ਉਹ ਆਈ ਹੈ, ਚਲੋ ਇੰਨੇ ਦੁੱਖ ਨਹੀਂ, ਕਿਉਂਕਿ ਉਹਨੂੰ ਪਤਾ ਸੀ ਕਿ ਮੇਰਾ ਪਰਮੇਸ਼ਰ ਦੇ ਲਈ ਜਾਣਾ ਜ਼ਰੂਰੀ ਹੈ, ਨਾ ਕਿ ਲੋਕਾਂ ਦੇ ਲਈ। ਹਾਲੇਲੂਇਆ। ਉਹਨੇ ਦੇਖਿਆ ਮੇਰਾ ਪਰਮੇਸ਼ਰ ਦੇ ਲਈ ਜਾਣਾ ਜ਼ਰੂਰੀ ਹੈ, ਨਾ ਕਿ ਲੋਕਾਂ ਦੇ ਲਈ। ਤਾਂ ਅਸੀਂ ਪਰਮੇਸ਼ਰ ਦੇ ਲਈ ਇਸ ਘਰ ਦੇ ਵਿੱਚ ਹੋਣਾ, ਨਾ ਕਿ ਲੋਕਾਂ ਦੇ ਲਈ। ਹਾਲੇਲੂਇਆ। ਸੋ ਆਪਾਂ ਅੱਗੇ ਵਚਨ ਦੇ ਵਿੱਚ ਜਾਵਾਂਗੇ, ਦੇਖਾਂਗੇ ਕਿ ਅਸੀਂ ਆਪਣੇ ਫਲਾਂ ਤੋਂ ਕਿਵੇਂ ਪਛਾਣੇ ਜਾਂਦੇ ਹਾਂ। ਚੌਥਾ ਪੁਆਇੰਟ ਹੈ ਅਸੀਂ ਆਪਣੇ ਫਲਾਂ ਤੋਂ ਕਿਵੇਂ ਪਛਾਣੇ ਜਾਂਦੇ ਹਾਂ। ਉਹਦੇ ਵਿੱਚ ਦੇਖਾਂਗੇ ਆਪਾਂ ਲੂਕਾ ਦੀ ਇੰਜੀਲ ਉਹਦਾ 6ਵਾਂ ਚੈਪਟਰ ਦੀ 43 ਤੋਂ 45 ਆਇਤ ਦੇ ਵਿੱਚ ਕਿ ਕੋਈ ਚੰਗਾ ਰੁੱਖ ਤਾਂ ਨਹੀਂ ਜਿਹੜਾ ਮਾੜਾ ਫਲ ਦੇਵੇ, ਅਤੇ ਕੋਈ ਮਾੜਾ ਰੁੱਖ ਨਹੀਂ ਜਿਹੜਾ ਚੰਗਾ ਫਲ ਦੇਵੇ। ਕਿਉਂ ਜੋ ਹਰੇਕ ਰੁੱਖ ਆਪੋ ਆਪਣੇ ਫਲ ਤੋਂ ਪਛਾਣਿਆ ਜਾਂਦਾ ਹੈ। ਕੰਡਿਆਲੀਆਂ ਤੋਂ ਹਜ਼ੀਰ ਨਹੀਂ ਤੋੜਦੇ, ਨਾ ਝਾੜੀਆਂ ਦਾਗ ਤੋੜਦੇ ਹਨ। ਹਾਲੇਲੂਇਆ। ਜੇ ਚੰਗਾ ਰੁੱਖ ਲਾਇਆ ਉਹ ਮਾੜਾ ਫਲ ਨਹੀਂ ਦੇ ਸਕਦਾ, ਤੇ ਜੇ ਮਾੜਾ ਲਾਇਆ ਉਹ ਚੰਗਾ ਨਹੀਂ ਦੇ ਸਕਦਾ। ਇਹ ਸਾਨੂੰ ਪੱਕਾ ਪਤਾ ਹੈ। ਹੁਣ ਇਹ ਫਲ ਸਾਡੇ ਨੇ, ਅਸੀਂ ਕਿਵੇਂ ਬੀਜੇ ਹੈ, ਜਾਂ ਅਸੀਂ ਕਿਸ ਤਰ੍ਹਾਂ ਕਰ ਰਹੇ ਹਾਂ ਕਿ ਅਸੀਂ ਉਹਦੇ ਵਚਨ ਨੂੰ ਪੜ੍ਹ ਰਹੇ ਹਾਂ, ਕਿ ਅਸੀਂ ਚੰਗਾ ਫਲ ਆਪਣੀ ਜ਼ਿੰਦਗੀ 'ਚ ਬੀਜ ਰਹੇ ਹਾਂ, ਕਿ ਅਸੀਂ ਉਹ ਫਲਾਂ ਤੋਂ ਪਛਾਣੇ ਜਾਈਏ। ਜਿਵੇਂ ਵਰਸ਼ਿਪ ਦੇ ਦੌਰਾਨ ਸਿਸਟਰ ਕਹਿ ਰਹੇ ਸੀਗੇ ਕਿ ਮੇਰਾ ਉੱਠਣਾ, ਮੇਰਾ ਬੈਠਣਾ, ਮੇਰਾ ਚੱਲਣਾ ਬਦਲ ਗਿਆ, ਕਿਉਂਕਿ ਯਿਸੂ ਨੇ ਛੂਹਿਆ। ਯਿਸੂ ਨੇ ਛੂਹਿਆ ਤਾਂ ਬਦਲ ਗਿਆ। ਅਗਰ ਉਹ ਨਹੀਂ ਬਦਲਿਆ ਤਾਂ ਸਾਨੂੰ ਦੇਖਣ ਦੀ ਜ਼ਰੂਰਤ ਹੈ ਕਿ ਕਮੀ ਹੈਗੀ ਹੈ ਹਜੇ, ਜਿਹੜਾ ਬਦਲਿਆ ਨਹੀਂ। ਹਾਲੇਲੂਇਆ। ਹਾਲੇਲੂਇਆ। ਅਗਰ ਉਹ ਬਦਲਿਆ ਤਾਂ ਲੋਕਾਂ ਨੂੰ ਦਿਖੂਗਾ, ਅਗਰ ਨਹੀਂ ਦਿਖ ਰਿਹਾ ਇਹਦਾ ਮਤਲਬ ਹਜੇ ਵੀ ਕਿਤੇ ਨਾ ਕਿਤੇ ਕਮੀ ਹੈ, ਜਿਹੜੀ ਅਸੀਂ ਉਸ ਚੀਜ਼ ਨੂੰ ਪ੍ਰੋਪਰ ਰਿਸੀਵ ਨਹੀਂ ਕਰ ਪਾਈ। ਤਾਂ ਅਸੀਂ ਉਸ ਚੀਜ਼ ਨੂੰ ਰਿਸੀਵ ਕਰੀਏ, ਦੇਖੀਏ, ਜਾਂਚੀਏ। ਅੱਜ ਸਭ ਤੋਂ ਜ਼ਿਆਦਾ ਜ਼ਰੂਰੀ ਸਾਨੂੰ ਇਹ ਹੈ ਕਿ ਅਸੀਂ ਇੱਕ ਪੁਆਇੰਟ ਦੇ ਉੱਤੇ ਆਪਣੇ ਆਪ ਨੂੰ ਜਾਂਚੀਏ ਕਿ ਸੱਚਮੁੱਚ ਇਹ ਚੀਜ਼ਾਂ। ਹੁਣ ਦੇਖੋ ਵਚਨ ਦੇ ਵਿੱਚ ਕੀ ਲਿਖਿਆ
कि की ਅਸੀਂ ਆਪਣੇ ਫਲਾਂ ਤੋਂ ਪਛਾਣੇ ਜਾਂਦੇ ਆ ਕਿ ਅਸੀਂ ਆਪਣੇ ਫਲਾਂ ਤੋਂ ਪਛਾਣੇ ਜਾਂਦੇ ਆ। ਹੁਣ ਪਾਸੋ ਜੋਨੇ ਇੱਥੇ ਹੁੰਦੇ ਆ, ਸਭ ਨੂੰ ਪਤਾ ਕਿ ਹਾਂ ਉਹ ਪਾਸੋ ਹੈ। ਕਿਉਂ ਪਤਾ? ਕਿਉਂਕਿ ਉਹਦੇ ਵਿੱਚੋਂ ਫਲ ਜੋ ਖੁਦਾ ਨੇ ਉਹਨੂੰ ਦਿੱਤਾ ਹੈ, ਜੋ ਉਹਨਾਂ ਦੇ ਵਿੱਚ ਬਦਲਾਅ ਕੀਤਾ ਹੈ, ਉਹ ਵੀ ਸਾਡੇ ਵਰਗੇ ਸੀ। ਇੱਕ ਵਾਰੀ ਉਹ ਵੀ ਸਾਡੇ ਵਰਗੇ ਸੀ, ਪਰ ਜੋ ਉਹਨਾਂ ਦੇ ਵਿੱਚ ਬਦਲਾਅ ਆਇਆ ਉਹਦੇ ਫਲ ਤੋਂ ਅਸੀਂ ਦੇਖ ਸਕਦੇ ਹਾਂ ਉਹਨਾਂ ਨੂੰ ਕਿ ਹਾਂ ਉਹਨਾਂ ਦੇ ਵਿੱਚ ਕੁਝ ਬਦਲਾਅ ਹੈ। ਸਾਨੂੰ ਸਿੱਖਿਆ ਦਿੰਦੇ ਨੇ, ਹਰ ਸਮੇਂ ਵਚਨ ਦੀ ਗੱਲ ਕਰਦੇ ਨੇ, ਹਰ ਸਮੇਂ ਕੁਛ ਨਾ ਕੁਛ ਸਿਖਾਉਣ ਦੀ ਗੱਲ ਕਰਦੇ ਨੇ ਕਿ ਅਸੀਂ ਉਹ ਚੀਜ਼ਾਂ ਕਰ ਰਹੇ ਹਾਂ ਤਾਂ ਕਿ ਸਾਨੂੰ ਵੀ ਲੋਕ ਕਹਿਣ ਕਿ ਹਾਂਜੀ ਇਹਦੇ ਵਿੱਚ ਕੁਝ ਬਦਲਾਅ ਹੈ, ਇਹ ਜੋ ਸੀ ਉਹ ਨਹੀਂ ਹੈ। ਹਾਲੇਲੂਇਆ। ਕਿਉਂਕਿ ਅਸੀਂ ਜਦੋਂ ਆਪਣੀ ਗਵਾਹੀ ਕਿਸੇ ਨਾਲ ਸ਼ੇਅਰ ਕਰੀਏ, ਮੈਂ ਜੋ ਵਿਸ਼ਵਾਸ ਕਰਦਾ ਪ੍ਰਾਰਥਨਾ ਨਾਲ ਬਰਕਤ ਮਿਲਦੀ ਹੈ, ਪਰ ਮੇਰਾ ਵਿਸ਼ਵਾਸ ਇਹ ਹੈ ਜੋ ਮੇਰੀ ਮੰਨਣੀ ਹੈ, ਜੋ ਮੈਂ ਆਪਣੇ ਆਪ ਦੀ ਸੋਚ ਦੇ ਵਿੱਚ ਰੱਖਦਾ ਕਿ ਤੁਹਾਡੀ ਗਵਾਹੀ ਵੀ ਇੰਨੀ ਪਾਵਰਫੁਲ ਹੋਣੀ ਚਾਹੀਦੀ ਹੈ ਕਿ ਜਦ ਲੋਕ ਸੁਣਨ ਉਸੇ ਸਮੇਂ ਉਹਨਾਂ ਨੂੰ ਪਾਕ ਨੂੰ ਛੂ ਕੇ ਜੋ ਉਹਨਾਂ ਦੇ ਵਿੱਚ ਕਮੀਆਂ ਪ੍ਰਾਰਥਨਾ ਤੋਂ ਪਹਿਲਾਂ ਹੀ ਉਹਨਾਂ ਨੂੰ ਸੁਣ ਲੈਣ। ਹਾਲੇਲੂਇਆ। ਇਹ ਗਵਾਹੀ ਤੁਹਾਡੀ ਪਾਵਰਫੁਲ ਹੋਣੀ ਜ਼ਰੂਰੀ ਹੈ, ਕਿਉਂਕਿ ਹਰ ਸਮੇਂ ਕਈ ਭੈਣ ਭਰਾਵਾਂ ਦਾ ਵਿਸ਼ਵਾਸ ਇਹ ਹੈ ਕਿ ਹਾਂਜੀ ਸਾਡੀ ਸਿੰਪਲ ਜ਼ਿੰਦਗੀ ਬਚਾਏਗੀ, ਅਸੀਂ ਆ ਗਏ। ਨਹੀਂ, ਜਦੋਂ ਵੀ ਯਿਸੂ ਚਾਹੁੰਦੇ ਸਿੰਪਲ ਕੋਈ ਵੀ ਨਹੀਂ ਹੁੰਦਾ, ਸਧਾਰਨ ਕੋਈ ਵੀ ਨਹੀਂ ਹੁੰਦਾ। ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਜ਼ਰੂਰ ਅੜੇ ਹੁੰਦੇ ਅਸੀਂ, ਜਿੱਥੋਂ ਅਸੀਂ ਆਪਣੇ ਆਪ 'ਚ ਜੂਝ ਰਹੇ ਹੁੰਦੇ ਹਾਂ ਤੇ ਅਸੀਂ ਨਹੀਂ ਨਿਕਲ ਪਾਉਂਦੇ। ਫਿਰ ਉੱਥੇ ਯਿਸੂ ਦੀ ਕਿਸ਼ਤੀ ਦਾ ਸਹਾਰਾ ਜ਼ਰੂਰਤ ਹੁੰਦੀ ਕਿ ਉਹ ਦੇਵੇ ਕਿ ਅਸੀਂ ਕੰਢੇ ਤੱਕ ਪਹੁੰਚ ਸਕੀਏ। ਹਾਲੇਲੂਇਆ। ਤਾਂ ਸਾਨੂੰ ਜ਼ਰੂਰਤ ਹੈ ਕਿ ਅਗਰ ਸਾਡੀ ਜ਼ਿੰਦਗੀ 'ਚ ਕੁਝ ਬਦਲਾਅ ਨਹੀਂ ਤਾਂ ਅਸੀਂ ਅੱਜ ਉਸ ਚੀਜ਼ ਨੂੰ ਬਦਲੀਏ। ਜਿਵੇਂ ਵਚਨ ਕਹਿੰਦਾ ਕਿ ਚੰਗਾ ਰੁੱਖ ਚੰਗਾ ਹੀ ਫਲ ਦੇਊਗਾ ਤੇ ਮਾੜਾ ਮਾੜਾ ਹੀ ਦੇਊਗਾ। ਜੇ ਚੰਗਿਆਂ ਦੀ ਸੰਗਤੀ 'ਚ ਬੈਠਾਂਗੇ ਤਾਂ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ। ਜੇ ਅਸੀਂ ਚੁਗਲੀ ਨਿੰਦਿਆਂ ਵਾਲਿਆਂ ਦੀ ਚੰਗਲੇ 'ਚ ਬੈਠਾਂਗੇ ਤੇ ਫਿਰ ਉਹ ਹੌਲੀ ਇੱਕ ਦਿਨ ਸਾਡੇ ਤੇ ਪੂਰਾ ਅਸਰ ਕਰ ਜਾਊਗਾ। ਸਹੀ ਗੱਲ ਹੈ। ਸੋ ਸਾਨੂੰ ਇਸ ਚੀਜ਼ ਦੀ ਵੀ ਜ਼ਰੂਰਤ ਹੈ। ਹਾਲੇਲੂਇਆ। ਸੋ ਆਪਾਂ ਪੰਜਵੀਂ ਆਇਤ ਤੇ ਪੰਜਵੀਂ ਉਹਦੇ ਵਿੱਚ ਜਾਵਾਂਗੇ ਕਿ ਰੱਬ ਦੇ ਸ਼ਬਦ ਨੂੰ ਕਿਵੇਂ ਆਪਣੀ ਜ਼ਿੰਦਗੀ 'ਚ ਬੀਜਣਾ। ਜਿਹੜਾ ਪਰਮੇਸ਼ਰ ਦਾ ਵਚਨ ਹੈ ਅਸੀਂ ਉਹਨੂੰ ਆਪਣੀ ਜ਼ਿੰਦਗੀ 'ਚ ਕਿਵੇਂ ਬੀਜਣਾ। ਉਹਦੇ ਲਈ ਮੈਂ ਆਇਤ ਪੜਾਂਗਾ ਮਤੀ ਦੀ ਅੰਜੀਲ ਉਹਦਾ 13ਵਾਂ ਚੈਪਟਰ ਦੀ 3 ਤੋਂ 9 ਆਇਤ। ਜਿਵੇਂ ਤੁਹਾਨੂੰ ਸਭ ਨੂੰ ਪਤਾ ਉਹਦੇ ਵਿੱਚ ਗੱਲ ਕੀਤੀ ਗਈ ਆ ਵਚਨ ਦੇ ਵਿੱਚ ਕਿ ਬੀਜ ਬੀਜਣ ਵਾਲਾ ਆਇਆ, ਉਹਨੇ ਬੀਜ ਬੀਜਿਆ। ਮੈਂ ਉਹਦੀ ਆਇਤ 3 ਤੋਂ ਪੜ੍ਹਨਾ ਸ਼ੁਰੂ ਕਰਾਂਗਾ ਕਿ ਉਸਨੇ ਉਹਨਾਂ ਨੂੰ ਬਹੁਤੀਆਂ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਕਿ ਵੇਖੋ ਇੱਕ ਬੀਜਣ ਵਾਲਾ ਬੀਜਣ ਨੂੰ ਨਿਕਲਿਆ ਅਤੇ ਉਹਦੇ ਬੀਜਦਿਆਂ ਕੁਝ ਪਹੇ ਵੱਲ ਗਿਰ ਪਿਆ ਅਤੇ ਪੰਛੀ ਆਣ ਕੇ ਉਹਨੂੰ ਚੁੱਕ ਗਏ ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਗਿਰਿਆ ਜਿੱਥੇ ਉਹਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਿਆ। ਪਰ ਜਦ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ ਨਾ ਫੜਨ ਦੇ ਕਾਰਨ ਸੁੱਕ ਗਿਆ ਅਤੇ ਕੁਝ ਕੰਡਿਆਲੀਆਂ ਵਿੱਚ ਗਿਰਿਆ ਅਤੇ ਕੰਡਿਆਲੀਆਂ ਨੇ ਵੱਧ ਕੇ ਉਹਨੂੰ ਦਬਾ ਲਿਆ ਅਤੇ ਕੁਝ ਚੰਗੀ ਜ਼ਮੀਨ ਵਿੱਚ ਗਿਰਿਆ ਅਤੇ ਫਲਿਆ, ਕੁਝ 100 ਗੁਣਾ, ਕੁਝ 60 ਗੁਣਾ, ਕੁਝ 30 ਗੁਣਾ। ਜਿਹਦੇ ਕੰਨ ਨੇ ਉਹ ਸੁਣੇ, ਜਿਹਦੇ ਕੰਨ ਨੇ ਉਹ ਸੁਣੇ। ਵਚਨ ਕੀ ਕਹਿ ਰਿਹਾ? ਜਦੋਂ ਪਰਮੇਸ਼ਰ ਇੱਥੇ ਗੱਲ ਕਰ ਰਿਹਾ ਬੀਜ ਬੀਜਣ ਵਾਲੇ ਦੀ ਕਿ ਜਦੋਂ ਬੀਜ ਬੀਜਣ ਆਇਆ ਸੀਗਾ, ਕਈ ਬੀਜ ਸੀਗੇ ਜਿਹੜੇ ਪਹੇ ਦੇ ਉੱਤੇ ਡਿੱਗ ਗਏ, ਜਿਹੜੇ ਨੂੰ ਪੰਛੀ ਆਣ ਕੇ ਚੁੱਕ ਗਏ। ਠੀਕ ਹੈ। ਕਈ ਬੀਜ ਸੀ ਜਿਹੜੇ ਪਥਰੀਲੀ ਜ਼ਮੀਨ 'ਚ ਬੀਜਿਆ ਗਿਆ, ਜਿਹਨੂੰ ਮਿੱਟੀ ਨਾ ਮਿਲਣ ਦੇ ਕਰਕੇ ਉਹ ਤਾਂ ਕਮਲਾ ਗਿਆ। ਕਈ ਬੀਜ ਏਦਾਂ ਦੀ ਜਗ੍ਹਾ ਤੇ ਡਿੱਗ ਪਏ ਜਿੱਥੇ ਕੰਡਿਆਲੀ ਝਾੜੀਆਂ ਨੇ ਉਹਨੂੰ ਘੇਰ ਲਿਆ ਤੇ ਕਈ ਬੀਜ ਸੀ ਜਿਹੜੇ ਉਹ ਪੂਰੀ ਪਿਓਰ ਮਿੱਟੀ ਦੇ ਵਿੱਚ ਡਿੱਗੇ ਜਿੱਥੇ ਉਹਨਾਂ ਨੂੰ ਹਰ ਇੱਕ ਲੋੜ ਦੀ ਚੀਜ਼ ਮਿਲੀ। तो किसी ने 60 गुना, किसी ने 1000 गुना, जिवें वचन दे विच लिखिया, किसी ने 100 गुना, किसी ने 60 गुना ते किसी ने 30 गुना जिहड़ा की है फल दिता। असीं अज इस चीज़ नूं देखना, अपनी जिंदगी च उस बीज नूं बीजना, परमेश्वर दे वचन नूं बीजना। असीं किवें बीज सकदे हां वचन नूं? अज जो तुहानूं दस्सिया जा रहा है, अज जो तुहानूं बोलिया जा रहा है, ये तुहाडा वचन तुहाडे कोल अज जा रहा है, तुहाडी जिंदगी च आ रहा है। उन्होंने रिसीव करो कि साडी जिंदगी च बीज बीजा जाए, कि वो एक चंगी जमीन दे विच बीजा जाए, जहां जो असीं उहदा फल है परमेश्वर दे घर दे लई, परमेश्वर दे राज दे लई असीं लिया सकीए। हालेलुया, असीं उहदे लई लिया सकीए। हालेलुया। अगे आपां देखांगे कि जो माड़ा बीज बीजते हैं उन्हां दे नाल की हुंदा है। चंगे बीज बारे तो नहीं देख लिया, हुण जिहड़ा माड़ा बीज बीजदे ने ਉਹਦੇ ਬਾਰੇ ਵੀ ਦੇਖਣਾ ਜ਼ਰੂਰੀ ਹੈ। ਛੇਵਾਂ ਦੇਖਾਂਗੇ ਅਯੂਬ ਉਹਦੀ 4 ਦੀ 8 ਆਇਤ ਦੇ ਵਿੱਚ ਕੀ ਲਿਖਿਆ ਕਿ ਮੇਰੇ ਵੇਖਣ ਵਿੱਚ ਤਾਂ ਵਧੀ ਦੇ ਵਾਹੁਣ ਵਾਲੇ ਅਤੇ ਕਸ਼ਟ ਦੇ ਬੀਜਣ ਵਾਲੇ ਉਹ ਕੁਝ ਵੱਢਦੇ ਹਨ। ਜੋ ਕੁਝ ਅਸੀਂ ਹੁਣ ਉੱਥੇ ਗੱਲ ਆ ਗਈ, ਜੋ ਕੁਝ ਬੀਜਾਂਗੇ ਉਹੀ ਵੱਢਾਂਗੇ। ਕਸ਼ਟ ਬੀਜਾਂਗੇ, ਦੁੱਖਾਂ ਨੂੰ ਰੋਵਾਂਗੇ, ਯਿਸੂ ਨੂੰ ਦੱਸਾਂਗੇ ਨਹੀਂ, ਆਪਣੀ ਜ਼ਿੰਦਗੀ 'ਚ ਉਲਝ ਕੇ ਰੋਈ ਜਾਵਾਂਗੇ ਕਿ ਹਾਏ ਯਿਸੂ ਆਹ ਹੋ ਗਿਆ, ਹੈ ਹੋ ਗਿਆ, ਆਹ ਹੋ ਗਿਆ, ਇੱਦਾਂ ਹੋ ਗਿਆ, ਇੱਦਾਂ ਹੋ ਗਿਆ।
ਤੋਂ ਪਹਿਲਾਂ ਦਾ ਸ਼ੁਕਰੀਆ ਕਰੋ। ਤੁਸੀਂ ਆਪਣੀ ਜ਼ਿੰਦਗੀ 'ਚ ਪਹਿਲਾਂ ਹੀ ਨੈਗੇਟਿਵਿਟੀ ਲੈ ਕੇ ਆਉਣ ਲੱਗ ਪਏ, ਹਜੇ ਕੰਮ ਸ਼ੁਰੂ ਹੀ ਨਹੀਂ ਕੀਤਾ, ਪਹਿਲੀ ਨੈਗੇਟਿਵਿਟੀ ਤੁਸੀਂ ਆਪਣੇ ਮਨ 'ਚ ਲੈ ਆਂਦੀ ਹੈ ਕਿ ਯਿਸੂ ਆਹ ਕੰਮ ਕਰਦੇ। ਯਿਸੂ ਨੂੰ ਤਾਂ ਕਿਹਾ ਹੀ ਨਹੀਂ, ਆਹ ਕੰਮ ਮਾੜਾ ਹੋ ਗਿਆ, ਕਸ਼ਟ ਆ ਗਿਆ ਜੀ, ਆਹ ਚੀਜ਼ ਏਦਾਂ ਹੋ ਗਈ ਜੀ ਹੁਣ ਤਾਂ ਹਿੱਲ ਨਹੀਂ ਸਕਦੇ ਜੀ, ਬਸ ਫਸ ਗਏ ਜੀ, ਪੁੱਠੇ ਫਸ ਗਿਆ, ਆਹ ਕੰਮ ਹੋ ਗਿਆ। ਉਹ ਤਾਂ ਫਿਰ ਕਸ਼ਟ ਹੀ ਹੈ ਨਾ। ਤਾਂ ਬੀਜ ਜਿਹੜਾ ਬੀਜਿਆ ਉਹ ਤੋਂ ਵੱਢਣਗੇ ਕਿਆ ਵੱਢਣਗੇ? ਜੇ ਹੁਣ ਕਿਸੇ ਪਥਰੀਲੀ ਜਗ੍ਹਾ ਤੇ ਕੋਈ ਬੂਟਾ ਲਾ ਦਿੱਤਾ, ਹੁਣ ਤੁਹਾਨੂੰ ਮੈਂ ਦੱਸਦਾ, ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਕੁਛ ਟਾਈਮ ਪਹਿਲਾਂ 2 ਤੋਂ 3 ਮਹੀਨੇ ਪਹਿਲਾਂ ਗਮਲੇ ਲਿਆਂਦੇ ਗਏ ਸੀ, ਜਿਹੜੇ ਪਿੱਛੇ ਪਏ ਨੇ ਗਮਲੇ ਲਿਆਂਦੇ ਗਏ ਸੀਗੇ। ਉਹਨਾਂ ਨੂੰ ਪ੍ਰੋਪਰ ਜਿੰਨਾ ਚਿਰ ਧੁੱਪ ਮਿਲੀ, ਪਾਣੀ ਪੂਣੀ ਪੈਂਦਾ ਰਿਹਾ, ਉਹ ਹਰੇ ਭਰੇ ਰਹੇ, ਫੁੱਲ ਵੀ ਦਿੱਤੇ ਉਹਨਾਂ ਨੇ, ਵਧੀਆ ਕੁਛ ਕੀਤਾ। ਪਰ ਜਦੋਂ ਵਿਚਾਰਿਆਂ ਨੇ ਉਹਨਾਂ ਨੂੰ ਖੁੰਝੇ ਲਾਤਾ, ਪਰਦਾ ਅੱਗੇ ਕਰਤਾ, ਉਹਨਾਂ ਨੂੰ ਧੁੱਪ ਤਾਂ ਪਈ ਨਹੀਂ, ਨਾ ਉਹਦੇ ਕਣੀ ਕਿਸੇ ਨੇ ਮੈਨੂੰ ਨਿਗਾਹ ਮਾਰੀ, ਪਾਣੀ ਵੀ ਨਹੀਂ ਪਾਇਆ ਉਹਨੂੰ ਕਿਸੇ ਨੇ। ਸਹੀ ਗੱਲ ਆ। ਉਹ ਅੱਜ ਜਾ ਕੇ ਦੇਖੋਗੇ ਕੱਲੀਆਂ ਡਾਣੀਆਂ ਰਹਿ ਗਈਆਂ, ਕੱਲੀਆਂ ਡਾਣੀਆਂ ਰਹਿ ਗਈਆਂ। ਕਿਉਂ? ਕਿਉਂਕਿ ਜੋ ਉਹਨੂੰ ਲੋੜੀਦਾ ਸੀ ਉਹ ਨਹੀਂ ਮਿਲਿਆ, ਤੇ ਫਿਰ ਜੋ ਕੁਛ ਉਹਦੇ ਕੋਲ ਵਿਚਾਰੇ ਕੋਲ ਸੀਗਾ ਉਹ ਵੀ ਗਵਾ ਲਿਆ ਉਹਨੇ। ਉਹਦੇ ਕੋਲ ਜੋ ਫੁੱਲ ਲੱਗੇ ਸੀ, ਉਹਦੇ ਪੱਤੇ ਸੀ, ਉਹਨੇ ਉਹ ਵੀ ਛੱਡਤੇ। ਹੌਲੀ ਹੌਲੀ ਸਾਥ ਛੱਡਦਾ ਗਿਆ। ਹੁਣ ਉਹ ਕੱਲੀ ਡਾਣੀ ਰਹਿ ਗਈ, ਇਕੱਲੇ ਇੱਕ ਕਹਿ ਲਓ ਵੀ ਡੰਡਿਆਂ ਨੂੰ ਖੜਾ ਰਹਿ ਗਿਆ ਉੱਥੇ, ਹੋਰ ਕੁਛ ਨਹੀਂ ਹੈਗਾ ਉਹਦੇ ਕੋਲ। ਠੀਕ ਹੈ। ਉਸੇ ਤਰ੍ਹਾਂ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਬੀਜ ਬੀਜਦੇ ਹਾਂ ਨਾ, ਉਹ ਸਹੀ ਬੀਜਣਾ ਵੀ ਜ਼ਰੂਰੀ ਹੈ, ਨਹੀਂ ਤਾਂ ਫਿਰ ਉਹ ਡੰਡੇ ਵਰਗੇ ਹੋ ਜਾਣਗੇ, ਸਾਡੇ ਕੋਲ ਕੁਛ ਵੀ ਨਹੀਂ। ਕੋਈ ਆਊਗਾ ਵੀ, ਅਗਰ ਵਚਨ ਵੀ ਜਾਊਗਾ ਅੰਦਰ, ਤੇ ਵਚਨ ਵੀ ਕੰਮ ਨਹੀਂ ਕਰੂਗਾ ਅਗਰ ਉਸਨੂੰ ਰਿਸੀਵ ਨਹੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਦੀਵਾਰ ਖੜੀ ਕਰ ਦਿੰਦੇ ਹਾਂ। ਦੀਵਾਰ ਦੇ ਵਿੱਚ ਚਾਹੇ ਤੂਫਾਨ ਮਾਰੀ ਚੱਲੋ, ਚਾਹੇ ਬੋਲਾਂ ਮਾਰੀ ਚੱਲੋ, ਚਾਹੇ ਚਰਲਾਈ ਚੱਲੋ, ਉਹਨਾਂ ਦੇ ਕੋਈ ਅਸਰ ਨਹੀਂ। ਉਹ ਮਤ ਬੁੱਧੀ ਹੈ ਜਿਹੜੀ, ਉਹ ਬੰਦ ਹੋ ਜਾਂਦੀ ਹੈ, ਆਤਮਿਕ ਬੁੱਧੀ ਬੰਦ ਹੋ ਜਾਂਦੀ ਹੈ। ਫਿਰ ਸਾਡੀ ਜਿਹੜੀ ਸੋਚ ਹੈ ਦੁਨਿਆਵੀ ਤੋਂ ਤੱਕ ਹੀ ਸੀਮਤ ਰਹਿ ਜਾਂਦੀ ਹੈ, ਅਸੀਂ ਕੁਛ ਨਹੀਂ ਕਰ ਸਕਦੇ ਉਸ। ਤਾਂ ਸਾਨੂੰ ਜ਼ਰੂਰਤ ਹੈ ਕਿ ਜਿਹੜਾ ਮਾੜਾ ਬੀਜ ਨਾ ਬੀਜੇ, ਆਪਣੀ ਜ਼ਿੰਦਗੀ 'ਚ ਚੰਗਾ ਬੀਜ ਬੀਜੀਏ, ਤਾਂ ਜੋ ਅਸੀਂ ਧਰਮੀ ਦੀ ਮੰਡਲੀ 'ਚ ਬਹਿਣ ਜੋਗੇ ਹੋ ਸਕੀਏ। ਇਹ ਜ਼ਰੂਰੀ ਹੈ ਕਿ ਧਰਮੀ ਦੀ ਮੰਡਲੀ 'ਚ ਅਸੀਂ ਬਹਿਣ ਜੋਗੇ ਹੋ ਸਕੀਏ। ਉਸੇ ਤਰ੍ਹਾਂ ਅਸੀਂ ਸੱਤਵੀਂ ਚੀਜ਼ ਦੇਖਾਂਗੇ ਕਿ ਆਤਮਾ ਦੇ ਫਲ। ਆਤਮਾ ਦੇ ਫਲ ਕੀ ਨੇ? ਜਦੋਂ ਸਾਨੂੰ ਅਸੀਂ ਕਹਿੰਦੇ ਨੇ ਪਾਖਰੂ ਮੇਰੇ ਵਿੱਚ ਹੈ, ਅਸੀਂ ਸਾਰੇ ਪੜ੍ਹਦੇ ਹਾਂ, ਅਸੀਂ ਸਾਰੇ ਡਿਕਲੇਅਰ ਕਰਦੇ ਹਾਂ ਕਿ ਆਤਮਾ ਮੇਰੇ ਵਿੱਚ ਹੈ, ਇਹ ਪਵਿੱਤਰ ਹੇਕਲ ਆਉਂਦੀ, ਇਹ ਰੂਹ ਦੇ ਵਿੱਚ ਹੈ। ਠੀਕ ਹੈ। ਆਤਮਾ ਦਾ ਫਲ ਉਹਦੇ ਵਿੱਚ ਹੈ। ਠੀਕ ਹੈ। ਤਾਂ ਅਸੀਂ ਉਸ ਚੀਜ਼ ਨੂੰ ਦੇਖਾਂਗੇ। ਗਲਾਤੀਆਂ ਉਹਦਾ 5ਵਾਂ ਚੈਪਟਰ ਦੀ 22 ਤੋਂ 24 ਆਇਤ ਦੇ ਵਿੱਚ ਕੀ ਲਿਖਿਆ ਕਿ ਪਰ ਆਤਮਾ ਦਾ ਫਲ ਇਹ ਹੈ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਜਮ। ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸਰਾ ਨਹੀਂ ਹੈ। ਅਤੇ ਜਿਹੜੇ ਮਸੀਹ ਯਿਸੂ ਦੇ ਹਨ, ਉਹਨਾਂ ਦੇ ਸਰੀਰ ਨੂੰ ਉਹਦੀਆਂ ਕਾਮਨਾ ਦੇ ਵਿਸ਼ੇ ਸਣੇ ਸਲੀਬ ਉੱਤੇ ਚਾੜ ਦਿੱਤਾ। ਹਾਲੇਲੂਇਆ। ਵਚਨ ਦੇ ਵਿੱਚ ਮੈਂ ਕਿਹਾ ਸੀ ਕਿ ਆਤਮਾ ਦੇ ਫਲ, ਇਹ ਆਤਮਾ ਦੇ ਫਲ ਕੀ ਤੁਹਾਡੇ 'ਚ ਸ਼ਾਂਤੀ ਹੈ, ਧੀਰਜ ਹੈ, ਦਿਆਲਗੀ ਹੈ, ਕਿਸੇ ਦੀ ਭਲਾਈ ਕਰਨ ਦੀ ਸਾਡੇ 'ਚ ਜ਼ਰੂਰਤ ਹੈ। ਅਸੀਂ ਕੀ ਇਮਾਨਦਾਰ ਹਾਂ ਆਪਣੇ ਕੰਮ ਪ੍ਰਤੀ, ਖੁਦਾ ਦੇ ਘਰ ਪ੍ਰਤੀ, ਉਹਦੇ ਵਚਨ ਦੇ ਪ੍ਰਤੀ, ਉਹਦੇ ਸਮੇਂ ਦੇ ਪ੍ਰਤੀ, ਕਿ ਅਸੀਂ ਵਫਾਦਾਰ ਹੈਗੇ ਹਾਂ, ਜਾਂ ਸਾਡੇ 'ਚ ਨਰਮਾਈ ਹੈਗੀ ਹੈ ਕਿ ਕੋਈ ਸਾਨੂੰ ਕੁਛ ਆ ਕੇ ਕਹਿ ਜਾਵੇ ਤੇ ਅਸੀਂ ਚੁੱਪ ਕਰਕੇ ਸੁਣ ਜਾਈਏ। ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਜਦੋਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਅਸੀਂ ਗੱਲ ਕਰਦੇ ਹਾਂ ਨਾ, ਮੁਰਦਿਆਂ ਵਿੱਚੋਂ ਜ਼ਿੰਦਾ ਹੋਇਆ, ਉਹਨੂੰ ਜਦੋਂ ਸਲੀਬ ਤੇ ਚੜਾਇਆ ਗਿਆ ਸੀ, ਬੜਾ ਕੁਛ ਸਲੀਬ ਤੇ ਚੜਾਉਣ ਤੋਂ ਪਹਿਲਾਂ ਵੀ ਕੀਤਾ ਗਿਆ ਸੀ। ਉਹਨੇ ਆਖਰੀ ਸ਼ਬਦ ਵੀ ਉਹਦੇ ਕੀ ਸੀਗੇ? ਆਖਰੀ ਸ਼ਬਦ ਜਦੋਂ ਉਹਦੇ ਉੱਤੇ, ਠੀਕ ਹੈ, ਸਿਰਕਾ ਤੱਕ ਪਾਇਆ ਗਿਆ, ਜ਼ਖਮਾਂ ਦੇ ਉੱਤੇ। ਅਗਰ ਸਾਡੇ ਤੇ ਪਾਇਆ ਜਾਵੇ ਨਾ ਜੀ, ਅਸੀਂ ਗਾਲਾਂ ਕੱਢਾਂਗੇ, ਥੱਪੜ ਮਾਰਨ ਤੱਕ ਜਾਂਦੇ ਹਾਂ। ਪਰ ਉਹਨਾਂ ਨੇ ਲਫ਼ਜ਼ ਕੀ ਸੀ? ਸਿਰਫ ਇੱਕੋ ਹੀ ਲਫ਼ਜ਼ ਉਹਨਾਂ ਨੇ ਬੋਲਿਆ ਕਿ ਹੈ ਮੇਰੇ ਪਿਤਾ, ਇਹਨਾਂ ਨੂੰ ਮਾਫ ਕਰ, ਇਹਨਾਂ ਨੂੰ ਨਹੀਂ ਪਤਾ ਕੀ ਕਰ ਰਹੇ, ਇਹਨਾਂ ਨੂੰ ਮਾਫ ਕਰ, ਇਹਨਾਂ ਨੂੰ ਨਹੀਂ ਪਤਾ ਕੀ ਕਰ ਰਹੇ। ਕੀ ਅਸੀਂ ਅੱਜ ਕਹਿ ਪਾਉਂਦੇ? ਨਹੀਂ ਕਹਿ ਪਾਉਂਦੇ। ਅਸੀਂ ਉਹਨਾਂ ਨੂੰ ਕਹਿ ਲਓ ਵੀ ਕੁੱਟਣ ਮਾਰਨ ਤੱਕ ਜਾਂਦੇ ਹਾਂ, ਟਾਈਮ ਬੰਨਣ ਤੱਕ ਵੀ ਜਾਂਦੇ ਹਾਂ, ਟਾਈਮ ਬੰਨਣ ਤੱਕ ਜਾਂਦੇ ਹਾਂ ਕਿ ਹਾਂ ਅਸੀਂ ਵੀ ਕਰਦੇ ਰਹੇ ਹਾਂ ਚੀਜ਼ਾਂ ਨੂੰ। ਅਸੀਂ ਟਾਈਮ ਬੰਨਣ ਤੱਕ ਜਾਂਦੇ ਹਾਂ, ਹਾਂ ਬਾਈ ਆ ਜਾ, ਕੋਈ ਚੱਕਰ ਨਹੀਂ, ਦੇਖਦੇ ਤੈਨੂੰ, ਤੂੰ ਐਂ ਬੋਲਿਆ ਤਾਂ ਬੋਲਿਆ ਕਿੱਦਾਂ, ਤੂੰ ਸਾਡੀ ਸ਼ਾਨ ਦੇ ਖਿਲਾਫ ਬੋਲ ਕੇ ਆ ਦਿੱਤੇ। ਦੇਖੋ ਜੀ ਉਸ ਸਮੇਂ ਯਿਸੂ ਨੇ ਕਹਿ ਦਿੱਤਾ ਹੁੰਦਾ ਕਿ ਮੇਰੀ ਸ਼ਾਨ ਦੇ ਖਿਲਾਫ ਤੂੰ ਏਦਾਂ ਕੁਛ ਬੋਲ ਦਿੱਤਾ, ਆਹ ਕੁਛ ਕਰ ਦਿੱਤਾ, ਕਿ ਸਾਨੂੰ ਅੱਜ ਜਿਹੜੇ ਦਿਨ ਨੂੰ ਅਸੀਂ ਕਹਿ ਰਹੇ ਕਿ ਜ਼ਿੰਦਾ ਹੋਇਆ ਮੁਰਦਿਆਂ ਚੋਂ, ਕੀ ਉਹ ਸਾਨੂੰ ਨਿਜਾਤ ਮਿਲਦੀ? ਕੀ ਉਹ ਮੁਕਤੀ ਮਿਲਦੀ? ਨਹੀਂ ਮਿਲਦੀ ਸੀਗੀ। ਉਹ ਸਾਨੂੰ ਨਾ ਮੁਕਤੀ ਮਿਲੀ ਸੀ, ਨਾ ਸਾਨੂੰ ਨਿਜਾਤ ਮਿਲੀ ਸੀਗੀ। ਸਿਰਫ ਤੇ ਸਿਰਫ ਅਸੀਂ ਵੀ ਜਿਵੇਂ ਸ਼ੈਤਾਨ ਇਸ ਸਮੇਂ ਛਾਲਾਂ ਮਾਰਦਾ ਬਾਹਰ, ਠੀਕ ਹੈ, ਉਸੇ ਤਰ੍ਹਾਂ ਅਸੀਂ ਵੀ ਛਾਲਾਂ ਮਾਰ ਕੇ ਹੋਣਾ ਸੀਗਾ। ਅਸੀਂ ਕੁਛ ਨਹੀਂ ਸੀ ਕਰ ਪਾਉਣਾ। ਹਾਲੇਲੂਇਆ। ਤੇ ਆਤਮਾ ਦੇ ਫਲ ਨੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ, ਇਹ ਹੋਣੇ ਬੜੇ ਜ਼ਰੂਰੀ ਨੇ। ਅਗਰ ਇਹ ਤੁਹਾਡੇ ਵਿੱਚ ਨਹੀਂ ਹੈਗੇ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਸਾਡੇ ਵਿੱਚ ਕਮੀ ਹੈ ਜਿਹੜੀ ਉਹ ਹਜੇ ਵੀ ਬਣੀ ਹੋਈ ਹੈ। ਹਾਲੇਲੂਇਆ। ਤੇ ਉਸ ਤੋਂ ਬਾਅਦ ਅਸੀਂ 8ਵੀਂ ਚੀਜ਼ ਹੈ ਜਿਹੜੀ ਦੇਖਾਂਗੇ ਕਿ ਫਲਦਾਇਕ
ਹੋਣ ਦੀ ਆਸ਼ੀਸ਼ ਕੀ ਹੈ। ਜਦੋਂ ਅਸੀਂ ਫਲਦਾਰ ਹੋ ਜਾਂਦੇ ਹਾਂ, ਹੁਣ ਤੱਕ ਅਸੀਂ ਗੱਲ ਕੀਤੀ ਹੈ ਕਿ ਫਲਦਾਰ ਕਿੱਦਾਂ ਹੋਣਾ ਹੈ ਤੇ ਕਿਵੇਂ ਹੋਣਾ ਹੈ ਨਾ। ਜਦੋਂ ਅਸੀਂ ਫਲਦਾਇਕ ਹੋ ਜਾਂਦੇ ਹਾਂ ਤਾਂ ਜਿਹੜੀ ਉਹਦੀ ਬਰਕਤ ਹੈ ਉਹ ਸਾਨੂੰ ਕੀ ਮਿਲਦੀ ਹੈ। ਜਦੋਂ ਅਸੀਂ ਫਲਦਾਇਕ ਹੋ ਗਏ, ਬੂਟਾ ਲੱਗ ਚੁੱਕਿਆ, ਫਲ ਆ ਚੁੱਕੇ ਨੇ, ਉਹਦੀ ਜਿਹੜੀ ਬਰਕਤ ਹੈ, ਆਸ਼ੀਸ਼, ਉਹ ਕੀ ਹੈ, ਉਹ ਅਸੀਂ ਦੇਖਾਂਗੇ ਉਤਪਤ ਦੀ ਕਿਤਾਬ ਦੇ ਵਿੱਚ। ਉਤਪਤ ਉਹਦਾ ਪਹਿਲਾ ਹੀ ਚੈਪਟਰ, ਫਸਟ ਚੈਪਟਰ ਦੀ 27 ਤੇ 28 ਆਇਤ ਦੇ ਵਿੱਚ ਦੇਖਾਂਗੇ ਕੀ ਲਿਖਿਆ। ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ, ਪਰਮੇਸ਼ਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ, ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਪਰਮੇਸ਼ਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਅਤੇ ਵਧੋ ਅਤੇ ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ, ਆਕਾਸ਼ ਦੇ ਪੰਛੀਆਂ ਉੱਤੇ ਅਤੇ ਸਾਰੀ ਧਰਤੀ ਤੇ ਕਿਸਮ ਵਾਲਿਆਂ ਦੇ ਜੀਆਂ ਉੱਤੇ ਤੁਸੀਂ ਕੀ ਹੈ, ਰਾਜ ਕਰੋ। ਕਿੱਡੀ ਵੱਡੀ ਪਦਵੀ ਸਾਨੂੰ ਦੇ ਦਿੱਤੀ, ਹਰ ਇੱਕ ਚੀਜ਼ ਦਾ ਜਿਹੜਾ ਇਖਤਿਆਰ ਸਾਨੂੰ ਦੇ ਦਿੱਤਾ ਕਿ ਤੁਸੀਂ ਸਭ ਤੇ ਰਾਜ ਕਰੋ, ਚਾਹੇ ਉਹ ਕਿਸਮ ਵਾਲੇ ਜਾਨਵਰ ਹੀ ਕਿਉਂ ਨਾ ਹੋਣ, ਚਾਹੇ ਮੱਛੀਆਂ ਨੇ, ਚਾਹੇ ਆਕਾਸ਼ ਦੇ ਪੰਛੀ ਨੇ, ਚਾਹੇ ਸਮੁੰਦਰ ਦਾ ਕੁਝ ਵੀ ਹੈ, ਜੋ ਕੁਝ ਵੀ ਹੈ, ਉਹਨਾਂ ਦੇ ਉੱਤੇ ਰਾਜ ਕਰੋ ਤੇ ਧਰਤੀ ਨੂੰ ਭਰ ਦਿਓ। ਵਾਅਦਾ ਆਦਮ ਤੇ ਹਵਾ ਨਾਲ ਕੀਤਾ ਸੀ। ਹਾਲੇਲੂਇਆ। ਅਸੀਂ ਵੀ ਉਹਨਾਂ ਦੇ ਵਿੱਚ, ਅਸੀਂ ਵੀ ਉਹਨਾਂ ਦੇ ਫਲ ਆ, ਜੋ ਫਲਦਾਇਕ ਹੋਏ ਸੀ ਤਾਂ ਅੱਜ ਅਸੀਂ ਇੱਥੇ ਇਕੱਠੇ ਹਾਂ। ਹਾਲੇਲੂਇਆ। ਜਿਵੇਂ ਬ੍ਰਦਰ ਨੇ ਕਿਹਾ ਸੀਗਾ ਨਾ ਕਿ ਅਸੀਂ ਮਸੀਹ ਦੀ ਇੱਕ ਦੇਹ ਹਾਂ, ਅਸੀਂ ਮਸੀਹ ਦੀ ਇੱਕ ਦੇਹ ਹਾਂ। ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਅਸੀਂ ਪਵਿੱਤਰ ਹੈਕਲ ਹਾਂ, ਵਚਨ ਸਾਡੇ ਵਿੱਚ ਹੈ, ਯਿਸੂ ਸਾਡੇ ਵਿੱਚ ਹੈ, ਉਹਦੀ ਰੂਹ ਸਾਡੇ ਵਿੱਚ ਹੈ, ਤੇ ਫਲਦਾਇਕ ਹੋਣਾ ਵੀ ਜ਼ਰੂਰੀ ਹੈ। ਜੇ ਉਹਨਾਂ ਨੇ ਫਲਦਾਇਕ ਕੀਤਾ, ਉਹ ਫਲਦਾਰ ਹੋਏ, ਤਾਂ ਉਹਨਾਂ ਦੀਆਂ ਅੰਸ਼ਾਂ ਵਧੀਆਂ, ਜਿਹੜੀ ਅੰਸ਼ ਅੱਜ ਅਸੀਂ ਵੀ, ਉਹ ਅੰਸ਼ ਅੱਜ ਅਸੀਂ ਵੀ ਹਾਂ। ਉਹ ਫਲਦਾਰ ਤਦੇ ਬਣੀਆਂ ਸੀ ਕਿ ਉਹਨਾਂ ਨੇ ਉਸ ਚੀਜ਼ ਤੇ ਈਮਾਨ ਕੀਤਾ ਸੀ, ਵਿਸ਼ਵਾਸ ਕੀਤਾ ਸੀ। ਅਗਰ ਸਾਡੇ ਵਿੱਚ ਅੱਜ ਵਿਸ਼ਵਾਸ ਹੈ, ਕਈ ਭੈਣਾਂ ਭਰਾਵਾਂ ਦੇ ਵਿਸ਼ਵਾਸ ਦੀ ਮੈਂ ਗੱਲ ਕਰਦਾ ਅੱਜ ਇੱਥੇ, ਠੀਕ ਹੈ। ਕਈਆਂ ਦਾ ਵਿਸ਼ਵਾਸ ਇਦਾਂ ਦਾ ਹੁੰਦਾ, ਕਈ ਸੋਚਦੇ ਨੇ ਕੁਛ ਤੇ ਕਰਦੇ ਨੇ ਕੁਛ। ਸੋਚ ਕੁਛ ਹੁੰਦੀ ਹੈ, ਐਗਜ਼ਾਮਪਲ ਛੋਟੀ ਜਿਹੀ ਲਾਈ ਦਿੰਦੇ ਆ, ਚਰਚ ਦੇ ਵਿੱਚ ਆਉਣਾ ਹੁੰਦਾ, ਆਉਂਦੇ ਆਉਂਦੇ ਸੋਚ ਆਉਂਦੀ ਹੈ ਯਾਰ ਵੀ ਆਹ ਕੰਮ ਵੀ ਚੱਲਦੇ ਚੱਲਦੇ ਕਰ ਚਲੀਏ। ਟਾਈਮ ਨਹੀਂ ਚੈੱਕ ਕਰਦੇ ਕਿ ਉੱਥੇ ਜਿਹੜੀ ਸਰਵਿਸ ਆ ਸ਼ੁਰੂ ਹੋ ਜੂ, ਨਹੀਂ, ਆਹ ਕੰਮ ਕਰਨਾ ਜ਼ਰੂਰੀ ਹੈ ਪਹਿਲਾਂ, ਉਹ ਸਰਵਿਸ ਹੈ ਜਿਹੜੀ ਲੰਘਦੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਤੁਹਾਨੂੰ ਨਹੀਂ ਪਤਾ ਕਿ ਪਰਮੇਸ਼ਰ ਦੀ ਜਿਹੜੀ ਆਸ਼ੀਸ਼ ਤੁਹਾਡੇ ਲਈ ਹੋ ਸਕਦਾ ਪ੍ਰਾਰਥਨਾ ਦੇ ਵਿੱਚ, ਹੋ ਸਕਦਾ ਵਰਸ਼ਿਪ ਦੇ ਵਿੱਚ, ਹੋ ਸਕਦਾ ਕਿਤੇ ਵੀ, ਜੋ ਵੀ ਉਸ ਸਮੇਂ ਦੀ ਸਰਵਿਸ ਹੈ, ਕਿਤੇ ਵੀ ਤੁਹਾਨੂੰ ਵਚਨ ਮਿਲ ਸਕਦਾ, ਕਿਤੇ ਵੀ ਤੁਹਾਨੂੰ ਖੁਦਾ ਦਾ ਦਾਸ ਕੁਝ ਵੀ ਦੱਸ ਸਕਦਾ, ਕਿਤੇ ਵੀ ਉਹਦੀ ਰੂਹ ਤੁਹਾਡੇ ਨਾਲ ਸਿੱਧੀ ਗੱਲਬਾਤ ਕਰ ਸਕਦੀ ਹੈ। ਫਲਦਾਰ ਅਸੀਂ ਤਦੇ ਬਣ ਸਕਦੇ ਹਾਂ ਜੇ ਅਸੀਂ ਉਸ ਫਲਦਾਰ ਦੇ ਯੋਗ ਕੰਮ ਵੀ ਕਰਾਂਗੇ। ਜੇ ਅਸੀਂ ਚੰਗਾ ਬੂਟਾ ਲਾ ਕੇ ਅੰਗੂਰ ਉਗਾ ਲਵਾਂਗੇ ਤੇ ਉਹਨੂੰ ਤੋੜ ਕੇ ਵੇਚਾਂਗੇ ਨਹੀਂ, ਕਿ ਸਾਨੂੰ ਉਹਦਾ ਕੋਈ ਮੁਨਾਫਾ ਹੈ? ਬੂਟਾ ਤਾਂ ਅਸੀਂ ਚੰਗਾ ਲਾ ਲਿਆ, ਦੇਖ ਰੇਖ ਵੀ ਕਰ ਲਈ, ਅੰਗੂਰ ਵੀ ਲੱਗ ਗਏ, ਜੇ ਅੰਗੂਰ ਉੱਤੇ ਲੱਗੇ ਹੀ ਗਲ ਗਏ, ਉਹਦਾ ਫਾਇਦਾ ਕੀ? ਉਹਨੂੰ ਤੋੜ ਕੇ ਉਹਨੂੰ ਵੇਚਣਾ ਵੀ ਤਾਂ ਪਊ, ਫੇਰ ਹੀ ਪੈਸਾ ਆਊਗਾ, ਫੇਰ ਹੀ ਸੇਲ ਹੋਊਗੀ, ਫੇਰ ਹੀ ਉਹ ਜਿਹੜਾ ਫਲ ਅਸੀਂ ਬੀਜਿਆ ਉਹਦਾ ਕੋਈ ਸਾਨੂੰ ਬੈਨੀਫਿਟ ਹੋਊਗਾ ਕਿ ਉਹ ਦਰਖਤ ਤੇ ਲੱਗਿਆ, ਗਲ ਗਿਆ, ਬਸ ਹਾਂਜੀ ਸਾਡਾ ਕੰਮ ਹੋ ਗਿਆ। ਬੂਟਾ ਅਸੀਂ ਲਾ ਦਿੱਤਾ, ਫਲ ਉੱਤੇ ਲੱਗ ਚੁੱਕਿਆ, ਅੰਗੂਰ ਉੱਤੇ ਲੱਗ ਚੁੱਕੇ ਨੇ, ਉਹ ਹੁਣ ਗਲਦਾ ਗਲੀ ਜਾ, ਸਾਨੂੰ ਕੋਈ ਚੱਕਰ ਨਹੀਂ। ਉਹਦੇ ਕੰਮ ਵੀ ਤਾਂ ਕਰਨਾ ਪਊਗਾ ਨਾ, ਉਹਨੂੰ ਤੋੜਨਾ ਵੀ ਪਊ, ਵੇਚਣਾ ਵੀ ਪਊ, ਫੇਰ ਹੀ ਪੈਸਾ ਆਊ ਜੋ ਸਾਨੂੰ ਲੋੜੀਦਾ, ਜੋ ਚਾਹੀਦਾ। ਜਾਂ ਸਿਰਫ ਬੂਟਾ ਲਾਤਾ, ਫਲ ਹੋ ਗਿਆ, ਕੰਪੀਟੀਸ਼ਨ ਨਹੀਂ। ਪਰਮੇਸ਼ਰ ਦੇ ਕੰਮ ਏਦਾਂ ਦੇ ਨਹੀਂ ਹੈਗੇ। ਆਖਰੀ ਸਮੇਂ ਤੱਕ, ਆਖਰੀ ਪਲ ਤੱਕ ਉਹ ਤੁਹਾਨੂੰ ਦੇਖ ਰਿਹਾ ਹੈ, ਕੀ ਕਰ ਰਹੇ ਹੋ, ਕਿਹੜੇ ਕੰਮ ਕਰ ਰਹੇ ਹੋ ਤੁਸੀਂ। ਉਹ ਤੁਹਾਡੀ ਹਰ ਇੱਕ ਚੀਜ਼, ਛੋਟੀ ਛੋਟੀ ਚੀਜ਼ ਨੂੰ ਤੁਹਾਡੇ ਨੂੰ ਦੇਖ ਰਿਹਾ ਹੈ, ਤੁਸੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਾਂ ਕਿਵੇਂ ਹੋ ਜਾਂ ਕਿਵੇਂ ਨਹੀਂ ਹੈ। ਅਗਰ ਤੁਸੀਂ ਅੱਜ ਉਸ ਚੀਜ਼ ਨੂੰ ਨਹੀਂ ਕਰ ਰਹੇ ਜੋ ਪਰਮੇਸ਼ਰ ਤੁਹਾਡੇ ਤੋਂ ਚਾਹੁੰਦਾ, ਤੇ ਜਿੰਨੇ ਮਰਜ਼ੀ ਫਲਦਾਰ ਬੂਟੇ ਵੀ ਲਾ ਲਓ, ਉਹ ਅੰਗੂਰ ਉੱਥੇ ਲੱਗੇ ਹੀ ਗਲ ਜਾਣਗੇ, ਕਦੇ ਟੁੱਟਣਗੇ ਨਹੀਂ। ਹਾਲੇਲੂਇਆ। ਤੇ ਸਾਨੂੰ ਜ਼ਰੂਰਤ ਅੱਜ ਕਿ ਅਸੀਂ ਉਸ ਬੂਟੇ ਨੂੰ ਵੀ ਲਾਈਏ, ਫਲਦਾਰ ਵੀ ਬਣੀਏ, ਤੇ ਜੋ ਫਲਦਾਰ ਦੇ ਕੰਮ ਨੇ, ਉਸ ਫਲ ਦੇ ਕੰਮ ਨੇ, ਉਹ ਕੰਮ ਵੀ ਅਸੀਂ ਕਰੀਏ। ਸਹੀ ਗੱਲ ਆ। ਤੇ ਮੈਂ ਲਾਸਟ ਆਇਤ, ਲਾਸਟ 9ਵੀਂ ਚੀਜ਼ ਤੁਹਾਡੇ ਸਾਹਮਣੇ ਰੱਖਾਂਗਾ, ਜੋ ਮੇਰਾ ਸ਼ੁਰੂ ਦੇ ਵਿੱਚ ਤੁਹਾਨੂੰ ਕੁਐਸਚਨ ਸੀਗਾ ਇੱਕ ਤਰ੍ਹਾਂ ਦਾ, ਕਿ ਕੀ ਅਸੀਂ ਫਲ ਲੈ ਕੇ ਆ ਰਹੇ ਹਾਂ, ਕਿ ਕੀ ਅਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਫਲ ਹੈ ਜਿਹੜਾ ਉਹਨੇ ਸਾਨੂੰ ਅੰਗੂਰਾਂ ਦਾ ਪਾ ਕੇ ਦੇ ਦਿੱਤਾ, ਕਿ ਅਸੀਂ ਉਹ ਫਲ ਲਿਆਂਦਾ, ਜਿਹੜੇ ਉਹਨੇ ਸਾਨੂੰ ਰੂਹ ਦਿੱਤੀ ਹੈ ਕਿ ਅਸੀਂ ਉਹ ਰੂਹ ਤੇ ਕੰਮ ਕੀਤੇ ਨਹੀਂ, ਜੋ ਵਚਨ ਸਾਨੂੰ ਦਿੱਤਾ ਕਿ ਅਸੀਂ ਉਹਨੂੰ ਪੜ੍ਹਿਆ, ਕੀ ਜੋ ਪਰਮੇਸ਼ਰ ਦੀ ਪ੍ਰਾਰਥਨਾ ਅਸੀਂ ਕਰਨੀ ਚਾਹੀਦੀ ਸੀ ਕੀਤੀ ਹੈ, ਕੀ ਅਸੀਂ ਅੱਜ ਉਹਦੇ ਲਈ ਫਲ ਲੈ ਕੇ ਆਏ ਹਾਂ? ਮੈਂ ਅੱਜ ਦੀ ਗੱਲ ਕਰਦਾ, ਕੀ ਅਸੀਂ ਅੱਜ ਉਹ ਫਲ ਲੈ ਕੇ ਆਏ ਹਾਂ? ਅਸੀਂ ਆ ਕੇ ਸਾਰਿਆਂ ਨੇ ਵਿਸ਼ ਕੀਤਾ, ਹਾਂਜੀ ਹੈਪੀ ਈਸਟਰ, ਹੈਪੀ ਰਿਜ਼ਰੈਕਸ਼ਨ ਡੇ, ਕਿ ਅੱਜ ਪਰਮੇਸ਼ਰ ਮੁਰਦਿਆਂ 'ਚੋਂ ਜਿੰਦਾ ਹੋਇਆ। ਕੀ ਜੋ ਮੁਰਦਿਆਂ 'ਚੋਂ ਜਿੰਦਾ ਹੋਇਆ ਅਸੀਂ ਉਹ ਫਲ ਲੈ ਕੇ ਆਏ ਹਾਂ ਅੱਜ ਇਸ ਜਗ੍ਹਾ ਤੇ? ਅੱਜ ਇਸ ਜਗ੍ਹਾ ਤੋਂ ਫਲ ਲੈ ਕੇ ਆਏ ਹਾਂ ਅਸੀਂ? ਅਗਰ ਅਸੀਂ ਲੈ ਕੇ ਆਏ ਹਾਂ ਤਾਂ ਸਾਡੇ 'ਚੋਂ ਦਿਖਣਾ ਵੀ ਜ਼ਰੂਰੀ ਹੈ।
ਇਹ ਨਹੀਂ ਦੇਖਣਾ ਜ਼ਰੂਰੀ ਕਿ ਅੱਜ ਹਾਂਜੀ ਉਹ ਮੁਰਦਿਆਂ ਵਿੱਚੋਂ ਜ਼ਿੰਦਾ ਹੋਇਆ, ਸਾਡਾ ਜ਼ਿੰਦਾ ਪਰਮੇਸ਼ਰ ਅੱਜ ਜ਼ਿੰਦਾ ਹੋਇਆ, ਠੀਕ ਹੈ, ਤੇ ਅਸੀਂ ਆ ਕੇ ਸਟਿਲ ਜਿਵੇਂ ਸੇਮ ਸੰਡੇ ਦੇ ਵਿੱਚ ਕਰ ਰਹੇ ਸੀ ਉਹੀ ਕੁਝ ਕਰ ਰਹੇ ਹਾਂ। ਇਹ ਚੀਜ਼ ਨਹੀਂ ਸੀ। ਅਗਰ ਉਹ ਇਦਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰ ਰਹੇ ਨਾ, ਅਗਰ ਉਹ ਇਦਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਹੁੰਦਾ, ਸਾਨੂੰ ਨਜ਼ਾਤ ਨਹੀਂ ਸੀ ਮਿਲਣੀ, ਸਾਨੂੰ ਮੁਕਤੀ ਨਹੀਂ ਸੀ ਮਿਲਣੀ। ਜਿਹੜਾ ਕੁਝ ਸ਼ੈਤਾਨ ਨੇ ਕੀਤਾ, ਜੇ ਉਹੀ ਕੁਝ ਪ੍ਰਭੂ ਯਿਸੂ ਮਸੀਹ ਨੇ ਕੀਤਾ ਹੁੰਦਾ, ਕੀ ਸਾਨੂੰ ਨਿਜਾਤ ਮਿਲਦੀ? ਅਗਰ ਤੁਹਾਡੇ ਤੇ ਕੋਈ ਅੱਜ ਭਰੋਸਾ ਕਰ ਰਿਹਾ, ਅਗਰ ਤੁਹਾਡੇ ਤੇ ਕੋਈ ਵਿਸ਼ਵਾਸ ਕਰਕੇ ਤੁਹਾਨੂੰ ਕੁਝ ਵੀ ਦੇ ਰਿਹਾ, ਤਾਂ ਉਹਦਾ ਫਲ ਦੇਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਕਿ ਜੋ ਕੁਝ ਤੁਹਾਡੇ ਕੋਲੇ ਹੈ, ਅਗਰ ਉਹਦਾ ਤੁਸੀਂ ਫਲ ਨਹੀਂ ਲਿਆ ਪਾ ਰਹੇ, ਤੇ ਜੋ ਤੁਹਾਡੇ ਕੋਲੇ ਹੈਗਾ, ਹੋਰ ਤਾਂ ਤੁਹਾਨੂੰ ਦੇਣਾ ਹੀ ਕੀ ਹੈ, ਜੋ ਤੁਹਾਡੇ ਕੋਲੇ ਹੈਗਾ ਵੀ ਹੈ ਉਹ ਵੀ ਤੁਹਾਡੇ ਤੋਂ ਲਿਆ ਜਾਊਗਾ। ਕੀ ਤੁਸੀਂ ਚਾਹੁੰਦੇ ਹੋ ਜੋ ਤੁਹਾਨੂੰ ਖੁਦਾ ਦੇ ਘਰ ਦੇ ਕੰਮ ਮਿਲੇ ਨੇ, ਜਾਂ ਖੁਦਾ ਦੀ ਕੋਈ ਡਿਊਟੀ ਮਿਲੀ ਹੈ, ਕਿ ਤੁਹਾਡੇ ਤੋਂ ਕੋਈ ਖੋਵੇ? ਕੋਈ ਨਹੀਂ ਚਾਹੁੰਦਾ। ਇਸੇ ਕਰਕੇ ਸਾਨੂੰ ਜ਼ਰੂਰਤ ਹੈ ਕਿ ਅਸੀਂ ਉਸ ਜੋ ਕੰਮ ਵੀ ਕਰੀਏ ਜੋ ਪਰਮੇਸ਼ਰ ਸਾਡੇ ਤੋਂ ਚਾਹੁੰਦਾ ਹੈ, ਅਸੀਂ ਉਸ ਫਲ ਦੇ ਜੋ ਕੰਮ ਵੀ ਕਰੀਏ ਜੋ ਸਾਡੇ ਤੋਂ ਪਰਮੇਸ਼ਰ ਚਾਹੁੰਦਾ ਹੈ। ਕੀ ਅਸੀਂ ਫਲ ਲੈ ਕੇ ਆ ਰਹੇ ਹਾਂ? ਲੂਕਾ ਦੀ ਇੰਜੀਲ ਉਹਦਾ 3 ਚੈਪਟਰ ਦੀ 8ਵੀਂ ਆਇਤ ਦੇ ਵਿੱਚ ਲਿਖਿਆ, ਅਗਰ ਅੱਜ ਕੋਈ ਆਪਣੀ ਜ਼ਿੰਦਗੀ 'ਚ ਇਸ ਚੀਜ਼ ਨੂੰ ਦੇਖ ਰਿਹਾ ਕਿ ਮੈਥੋਂ ਫਲ ਜਿਹੜਾ ਪਰਮੇਸ਼ਰ ਦਾ ਹੈਗਾ ਨਹੀਂ ਲਿਆਂਦਾ ਜਾ ਰਿਹਾ, ਜੋ ਪਰਮੇਸ਼ਰ ਦਾ ਬਣਦਾ ਮੈਥੋਂ ਨਹੀਂ ਲਿਆਂਦਾ ਜਾ ਰਿਹਾ, ਤਾਂ ਅੱਜ ਆਹ ਬੱਚੇ ਨੂੰ ਪੜ੍ਹਨ ਦੀ ਜ਼ਰੂਰਤ ਹੈ ਤੇ ਦੇਖਣ ਦੀ ਜ਼ਰੂਰਤ ਹੈ ਕਿ ਅਸੀਂ ਕੀ ਕਰੀਏ। ਦੇਖੋ, ਅਸੀਂ ਸਾਰੇ ਵਿਸ਼ਵਾਸ ਕਰਦੇ ਹਾਂ ਕਿ ਸਾਨੂੰ ਮੁਕਤੀ ਮਿਲੀ ਹੈ, ਸਾਡੀ ਤੌਬਾ ਹੋਈ ਹੈ, ਅਸੀਂ ਤੌਬਾ ਕੀਤੀ ਹੈ ਪਰਮੇਸ਼ਰ ਦੇ ਅੱਗੇ। ਤਾਂ ਵਚਨ ਦੇਖੋ ਕੀ ਕਹਿੰਦਾ, ਸੋ ਤੁਸੀਂ ਤੌਬਾ ਦੇ ਲਾਇਕ ਫਲ ਵੀ ਦਿਓ, ਤੁਸੀਂ ਤੌਬਾ ਦੇ ਯੋਗ ਫਲ ਵੀ ਦਿਓ, ਅਤੇ ਆਪਣੇ ਆਪ ਵਿੱਚ ਇਹ ਨਾ ਆਖਣ ਲੱਗੋ ਕਿ ਇਬਰਾਹਿਮ ਸਾਡਾ ਪਿਤਾ ਹੈ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ਰ ਇਬਰਾਹਿਮ ਦੇ ਲਈ ਇਹਨਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸਕਦਾ ਹੈ, ਪਰ ਤੁਹਾਡੇ ਲਈ ਤਦੇ ਹੋਵੇਗਾ ਜੇ ਤੁਸੀਂ ਕੁਝ ਕਰੋ। ਹਾਲੇਲੂਇਆ। ਤੇ ਇਬਰਾਹਿਮ ਦੇ ਸਮੇਂ ਇਬਰਾਹਿਮ ਠੀਕ ਹੈ, ਇਬਰਾਹਿਮ ਦੇ ਨਾਲ ਉਹਨੇ ਵਾਅਦਾ ਕੀਤਾ ਸੀ ਪੁੱਤਰ ਦੇਣ ਦਾ, ਤੇ ਉਹਨੂੰ ਦਿੱਤਾ ਵੀ। ਅੱਜ ਤੌਬਾ ਸਾਡੀ ਆਪਣੀ ਮਿਲੀ ਹੈ ਕਿ ਅਸੀਂ ਉਹ ਫਲ ਲੈ ਕੇ ਆਏ ਹਾਂ। ਅਸੀਂ ਕਿਤੇ ਇਹ ਤਾਂ ਨਹੀਂ ਕਹਿ ਰਹੇ ਹਾਂਜੀ ਅਸੀਂ ਇਬਰਾਹਿਮ ਨੂੰ, ਜਿਵੇਂ ਉਹਨੇ ਫਲ ਦਿੱਤਾ, ਇਬਰਾਹਿਮ ਨੂੰ ਲੜਕਾ ਦੇ ਦਿੱਤਾ, ਠੀਕ ਹੈ, ਉਹਨੂੰ ਬੱਚਾ ਦੇ ਦਿੱਤਾ, ਉਹਦੇ ਨਾਲ ਵਾਅਦਾ ਕੀਤਾ ਸੀ, ਬਸ ਠੀਕ ਹੈ, ਹਾਂ ਓਕੇ, ਅਸੀਂ ਵੀ ਉਹਦੀ ਕੌਮ ਚੋਂ ਹਾਂ, ਅਸੀਂ ਵੀ ਉਹਦੇ ਚੁਣੇ ਗਏ ਹਾਂ, ਅਸੀਂ ਵੀ ਉਹਦੀ ਅੰਸ਼ ਚੋਂ ਹਾਂ, ਸਾਨੂੰ ਫਲ ਆਪਣੇ ਆਪ ਮਿਲ ਜੂ। ਨਹੀਂ, ਤੌਬਾ ਤੁਹਾਡੀ ਹੋਈ ਹੈ ਨਾ, ਮੁਕਤੀ ਤੁਹਾਡੀ ਹੋਈ ਹੈ। ਤੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਕਿ ਸੋ ਤੌਬਾ ਤੁਹਾਡੀ ਹੋਈ ਹੈ ਕਿ ਤੁਸੀਂ ਤੌਬਾ ਦੇ ਯੋਗ ਫਲ ਲਿਆ ਰਹੇ ਹੋ, ਫਲ ਲਿਆ ਰਹੇ ਹੋ। ਮੈਂ ਪੁੱਛ ਰਿਹਾ ਤੁਹਾਨੂੰ ਕਿ ਫਲ ਲਿਆ ਰਹੇ ਹੋ, ਕਿ ਅਸੀਂ ਸਾਰੇ ਫਲ ਲਿਆ ਰਹੇ ਹਾਂ ਪਰਮੇਸ਼ਰ ਦੇ ਘਰ ਦੇ ਵਿੱਚ ਜੋ ਦਾ ਬਣਦਾ, ਜੋ ਅਸੀਂ ਮੁਕਤੀ ਪਾਈ ਹੈ? ਕੋਈ ਜਵਾਬ ਨਹੀਂ ਦੇ ਰਿਹਾ। ਸਹੀ ਗੱਲ ਹੈ ਕਿ ਲਿਆ ਰਹੇ ਜਾਂ ਮਤਲਬ ਵੀ ਸਿਰਫ ਹਾਲੇਲੂਇਆ, ਪਰਮੇਸ਼ਰ ਤੁਹਾਨੂੰ ਬਰਕਤ ਦੇ, ਪਰਮੇਸ਼ਰ ਦਾ ਧੰਨਵਾਦ ਹੈ। ਹਾਲੇਲੂਇਆ। ਮੈਂ ਜਾਂਦਾ ਜਾਂਦਾ ਇੱਕ ਲਾਸਟ ਵਚਨ ਪੜ੍ਹ ਕੇ ਜਾਵਾਂਗਾ, ਮੱਤੀ ਦੀ ਇੰਜੀਲ ਉਹਦਾ 3 ਦੀ 8 ਆਇਤ ਦੇ ਵਿੱਚ, ਸੋ ਤੁਸੀਂ ਤੌਬਾ ਯੋਗ ਫਲ ਦਿਓ। ਮੈਂ ਸਿਰਫ ਤੁਹਾਨੂੰ ਅੱਜ ਐਨਕਰੇਜ ਕਰਨਾ ਚਾਹੁੰਦਾ ਇਸ ਵਚਨ ਦੇ ਨਾਲ ਕਿ ਜੋ ਤੁਸੀਂ ਤੌਬਾ ਕੀਤੀ ਹੈ ਪਰਮੇਸ਼ਰ ਦੇ ਅੱਗੇ, ਜੋ ਵਾਅਦਾ ਤੁਸੀਂ ਪਰਮੇਸ਼ਰ ਦੇ ਅੱਗੇ ਕੀਤਾ, ਉਹ ਕਿਸੇ ਇਨਸਾਨ ਦੇ ਲਈ ਨਹੀਂ, ਪਰਮੇਸ਼ਰ ਦੇ ਲਈ ਕੀਤਾ। ਅਗਰ ਉਹਦੇ ਲਈ ਤੁਸੀਂ ਕੀਤਾ ਤਾਂ ਤੁਸੀਂ ਉਹ ਤੌਬਾ ਦੇ ਯੋਗ ਜਿਹੜੇ ਫਲ ਹੈ ਉਹ ਵੀ ਤੁਸੀਂ ਲਿਆ ਸਕੋ। ਇਹ ਨਹੀਂ ਹੈਗਾ ਕਿ ਕੋਈ ਮੇਰੀ ਨਾਲ ਦੀ ਮੇਰਾ ਨਾਲ ਦਾ ਦੋਸਤ ਜਾਂ ਮੇਰੀ ਨਾਲ ਦੀ ਫਰੈਂਡ ਹੈ ਜਿਹੜੀ, ਠੀਕ ਹੈ, ਹਾਂਜੀ ਉਹ ਚਰਚ ਜਾਊ ਤੇ ਤਦੇ ਮੈਂ ਚਰਚ ਜਾਣਾ, ਉਹਦੀ ਨਿਜਾਤ ਉਹਦੀ ਹੈ, ਤੇਰੀ ਤੇਰੀ ਹੈ। ਹਾਲੇਲੂਇਆ। ਤੇਰੀ ਤੇਰੀ ਹੈ ਤੇ ਉਹਦੀ ਉਹਦੀ ਹੈ। ਇਹ ਅੱਜ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਲੈ ਕੇ ਜਾ ਰਹੇ ਹੋ। ਜੇ ਕੋਈ ਮੇਰਾ ਭੈਣ ਭਰਾ, ਇੱਕ ਐਗਜ਼ਾਮਪਲ ਦਿੰਦਾ, ਅਗਰ ਕੋਈ ਫੂਡ ਲੈ ਕੇ ਆਇਆ, ਉਹ ਫੂਡ ਆਪਦੀ ਖੁਸ਼ੀ ਨਾਲ ਲੈ ਕੇ ਆਇਆ, ਉਹ ਨਾ ਦੇਖੋ ਕਿ ਉਹ ਲੈ ਆਇਆ, ਠੀਕ ਹੈ, ਤੁਸੀਂ ਕੀ ਲੈਂਦਾ, ਉਹ ਤਾਂ ਉਹਦਾ ਸੀ। ਮੈਂ ਇੱਕ ਬੜੀ ਵਧੀਆ ਇੱਕ ਐਗਜ਼ਾਮਪਲ ਤੁਹਾਨੂੰ ਦੱਸਦਾ, ਠੀਕ ਹੈ, ਮੈਂ ਮਤਲਬ ਪੜ੍ਹਦਾ ਹੁੰਦਾ ਸੀਗਾ, ਮੈਂ ਇੱਕ ਕਿਤਾਬ ਦੇ ਵਿੱਚ ਪੜ੍ਹਿਆ, ਸਿੱਖਿਆ ਵੀ ਤੇ ਦੇਖਿਆ ਵੀ, ਠੀਕ ਹੈ। ਕਹਿੰਦੇ ਮੈਂ ਜਦੋਂ ਇੱਥੇ ਬਾਹਰਲੇ ਦੇਸ਼, ਇੱਥੇ ਫੋਰਨ ਦੇ ਵਿੱਚ ਇੱਥੇ ਆਇਆ, ਠੀਕ ਹੈ, ਮੈਂ ਕਿਸੇ ਨਾਲ ਗੱਲਬਾਤ ਕਰ ਰਿਹਾ ਸੀਗਾ, ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਵੀ ਕੀ ਕੁਛ ਹੈ ਤੇਰੇ ਕੋਲ? ਮੈਂ ਕਿਹਾ ਵੀ ਆਹ ਕੁਝ। ਉਹ ਤਾਂ ਕਹਿੰਦੇ ਤੇਰੇ ਘਰਦਿਆਂ ਦਾ, ਤੇਰਾ ਕੀ ਹੈ? ਤੇਰਾ ਕੀ ਹੈ? ਕਹਿੰਦੇ ਮੈਂ ਮੇਰਾ ਤਾਂ ਕੁਛ ਵੀ ਨਹੀਂ, ਜੇ ਉਹਨਾਂ ਦਾ ਤਾਂ ਬਸ ਉਹ ਮੇਰਾ ਵੀ ਹੈ। ਨਹੀਂ, ਤੇਰਾ ਕੀ ਹੈ? ਕਹਿੰਦੇ ਕਦੇ ਵੀ ਉਸ ਚੀਜ਼ ਦਾ ਹੰਕਾਰ ਨਾ ਕਰੋ ਕਿ ਉਹਨਾਂ ਦੇ ਕੋਲੇ ਕੀ ਹੈ, ਇਸ ਚੀਜ਼ ਦਾ ਹੰਕਾਰ ਨਾ ਕਰੋ, ਬਲਕਿ ਇਸ ਚੀਜ਼ ਦੀ ਨਿਮਰਤਾ, ਨਰਮਾਈ ਰੱਖੋ ਕਿ ਅਸੀਂ ਕੀ ਲੈਣਾ, ਅਸੀਂ ਕੁਛ ਕਰਨਾ ਹੈ ਤਾਂ ਕਿ ਸਾਡੀ ਪਛਾਣ ਹੋ ਸਕੇ ਯਿਸੂ ਦੇ ਅੱਗੇ, ਅਸੀਂ ਯਿਸੂ ਦੇ ਘਰ ਦੇ ਲਈ ਕੁਛ ਕਰਨਾ ਹੈ ਕਿ ਸਾਡੀ ਵੱਖਰੀ ਪਛਾਣ ਹੋ ਸਕੇ, ਪਰਮੇਸ਼ਰ ਦੀ ਗਿਣਤੀ ਦੇ ਵਿੱਚ ਆ ਸਕੇ ਅਸੀਂ ਉਹਦੀ। ਜਿਹੜੇ ਦੇਖੋ, ਜਦੋਂ ਮਿਸਰ ਦੇਸ਼ ਦੇ ਵਿੱਚੋਂ ਇਜ਼ਰਾਈਲੀ ਆਏ ਸੀ, ਬੜੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਆਏ ਸੀ, ਪਰ ਜਦੋਂ ਉਹ ਪ੍ਰੋਮਿਸ ਲੈਂਡ ਤੱਕ ਪਹੁੰਚੇ ਥੋੜੇ ਜਿਹੇ ਸੀਗੇ। ਕਿਉਂ? ਇਸੇ ਕਰਕੇ ਮੈਂ ਤੁਹਾਨੂੰ ਕਹਿੰਦਾ
कि गिनती दे विच नहीं, चुनिया जाओ, चुने आओ, खास बनो लोगो, खास लोग बनो परमेश्वर दे कि तुहानूं यूज कर सके। हालेलुया। गिनती बड़ी वधिया सीगी उस समय भी जदों प्रभु यीशु मसीह ने अपने चेलियां नूं चुनिया सी। वो लोग बड़े खड़े सी पर चुने गए 12 सीगे। हालेलुया। चुने गए सिर्फ ते सिर्फ 12 सीगे। तो उस तरह के जिहड़े काम है अज असीं भी करने ते आई होप कि जो मैं तुहानूं दस्सिया वचन दिता तुहानूं, ठीक है, कि उस तरीके दे उत्ते तुसीं काम भी अज करोगे ते जिहड़े अज नहीं फल लिया पाए असीं अगे तो फल लैके आउण दी कोशिश करेंगे परमेश्वर दे घर दे विच। हालेलुया। ते परमेश्वर तुहानूं सब नूं बरकत दे। आमीन।